ਇਹ ਰਾਮ ਤੇ ਉਹ ਰਾਮ, ਅਸੀਂ ਇਹਨੂੰ ਕਿਵੇਂ ਦੇਖਣਾ ਜੀ ਸਿੱਖਾਂ ਨੇ? राम शब्द ਜਿਹੜਾ 2500 ਵਾਰੀ ਜਾਂ ਜਿੰਨੀ ਵਾਰੀ ਕਹਿੰਦੇ ਆਇਆ ਜੀ, ਇਸ ਰਾਮ ਲਈ ਨਹੀਂ ਹੋ। ਤਾਂ ਬਣ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਜਾ ਕੇ ਕਹਿੰਦੇ ਵੀ ਇੱਕ ਲੜਾਈ ਕੀਤੀ ਰਾਮ ਮੰਦਰ ਨੂੰ ਆਜ਼ਾਦ ਕਰਾਉਣ ਲਈ। ਕਿਸੇ ਪਰਸਨਲ ਮੈਟਰ ਲਈ ਗੁਰੂ ਦੀ ਕੋਈ ਲੜਾਈ ਨਹੀਂ। ਯਾਰ ਜੋਰੂ ਤੇ ਜ਼ਮੀਨ ਲਈ ਸਾਡੇ ਪਿਤਾ ਜੀ ਦੀ ਕੋਈ ਲੜਾਈ ਨਹੀਂ। ਨਾ ਰਲਦੇ ਮਿਲਦੇ ਨੇ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਇਹੋ ਹੀ ਗੜਬੜ ਆ ਜਿਹੜੀ ਅੱਜ ਰੌਲਾ ਪਾ ਰਹੀ ਕਿ ਇੱਕ ਮਸਲਾ ਚੱਲ ਰਿਹਾ ਦਸਮ ਦੀ ਬਾਣੀ ਤੇ ਕਿੰਤੂ ਪਰੰਤੂ ਦਾ। ਹੁਣ ਉਹ ਮਸਲੇ ਦੇ ਵਿੱਚੋਂ ਇੱਕ ਧਿਰ ਕਹਿੰਦੀ ਆ ਕਿ ਹੁਣ ਮੌਕਾ ਬਣ ਗਿਆ, ਹੁਣ ਕਹੋ ਆ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਤੁਸੀਂ ਛੱਡਿਆ ਨਹੀਂ ਇਹ ਬਾਣੀ ਨੂੰ, ਇਹ ਗੁਰੂ ਸਾਹਿਬ ਦੀ ਬਾਣੀ ਨਹੀਂ ਹੈਗੀ, ਇਹਨੂੰ ਡਿਲੀਟ ਕਰੋ, ਸਾਡੇ ਨਾਲ ਇਹਦਾ ਕੋਈ ਸੰਬੰਧ ਨਹੀਂ। ਜੇ ਤੇ ਮਰਦ ਦੀ ਔਲਾਦ ਆ ਕੌਮ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਇਹਨਾਂ ਦੇ ਕਹਿਣ ਤੇ ਦਸਮ ਦੀ ਬਾਣੀ ਪੜ੍ਹਨ ਉਹਨਾਂ ਛੱਡਿਆ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਹਿੰਦੁਸਤਾਨ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਪਿਛਲੇ ਦਿਨੀ ਕਿ ਜਿੱਥੇ ਕਿਸੇ ਵੇਲੇ ਬਾਬਰੀ ਮਸਜਿਦ ਹੁੰਦੀ ਸੀ, ਉਸ ਨੂੰ ਆਪਾਂ ਸਾਰੇ ਜਾਣਦੇ 1992 6 ਦਸੰਬਰ ਨੂੰ ਢਾਹ ਦਿੱਤਾ ਗਿਆ ਸੀ ਤੇ ਉਸ ਥਾਂ ਦਾ ਕੇਸ ਚੱਲਦਾ ਸੀ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਫੈਸਲੇ ਤੋਂ ਬਾਅਦ ਹੁਣ ਉੱਥੇ ਰਾਮ ਮੰਦਰ ਬਣਾਉਣ ਦੀ ਤਿਆਰੀ ਹੋ ਰਹੀ ਆ। ਇਹ ਸਾਰੀਆਂ ਘਟਨਾਵਾਂ ਨੂੰ ਅਸੀਂ ਸਾਰੇ ਜਾਣਦੇ ਹਾਂ, ਪਰ ਇੱਕ ਵੱਡਾ ਮਸਲਾ ਖੜਾ ਹੋ ਗਿਆ ਕਿ ਸਿੱਖਾਂ ਦਾ ਉਸ ਘਟਨਾ ਨਾਲ ਕੋਈ ਵਾਹ ਵਾਸਤਾ ਹੈ ਨਹੀਂ ਸੀ। ਮਸਜਿਦ ਢਾਈ ਸੀ, ਮੰਦਰ ਬਣਨਾ ਸੀ, ਪਰ ਸਭ ਤੋਂ ਵੱਧ ਚਰਚਾ ਸਿੱਖ ਹਲਕਿਆਂ ਦੇ ਵਿੱਚ ਹੋ ਰਹੀ ਆ। ਉਹਦੇ 2-3 ਕਾਰਨ ਬਣ ਗਏ। ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਰਮਾਇਣ ਦੀ ਗੱਲ ਕੀਤੀ ਤੇ ਨਾਲ ਦੀ ਨਾਲ ਸਾਡੇ ਪਟਨਾ ਸਾਹਿਬ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਉਹਨਾਂ ਨੇ ਸਿੱਖਾਂ ਨੂੰ ਲਵ ਕੁਸ਼ ਦੀ ਵੰਸ਼ ਦੇ ਵਿੱਚੋਂ ਕਹਿ ਕੇ ਇੱਕ ਹੋਰ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ। ਜਦੋਂ ਅਸੀਂ ਸਾਰੀਆਂ ਗੱਲਾਂ ਸੁਣਦੇ ਹਾਂ ਤਾਂ ਬਹੁਤ ਵੱਡੇ ਕਨਫਿਊਜ਼ਨ ਪੈਦਾ ਹੁੰਦੇ ਆ। ਬੀਇੰਗ ਅ ਟੀਵੀ ਹੋਸਟ ਮੈਨੂੰ ਵੀ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਫੋਨ ਆਏ ਇਹਦੇ ਲਈ ਕਿ ਇਹਦੇ ਬਾਰੇ ਕੋਈ ਸ਼ੋਅ ਕਰੋ, ਇਹਦੇ ਬਾਰੇ ਕੋਈ ਡਿਟੇਲ ਜਾਣਕਾਰੀ, ਅਸੀਂ ਹੁਣ ਕਿਹੜੇ ਪਾਸੇ ਨੂੰ ਤੁਰੀਏ। ਜਦੋਂ ਗੁਰੂਆਂ ਦੀ ਵੰਸ਼ ਦੀ ਗੱਲ ਚੱਲਦੀ ਆ, ਜੇ ਅਸੀਂ ਨੋਰਮਲ ਵੀ ਦੇਖੀਏ, ਵੰਸ਼ ਤਾਂ ਸਾਰੀ ਦੁਨੀਆ ਦੀ ਕਿਤੇ ਨਾ ਕਿਤੇ ਜਾ ਕੇ ਕਿਸੇ ਇੱਕ 'ਤੇ ਮਿਲ ਜੂਗੀ, ਕਿਉਂਕਿ ਇੱਕ ਦਾ ਪਸਾਰਾ ਹੋਇਆ ਜਿਵੇਂ ਜਿਵੇਂ ਵਧਿਆ। ਜੇ ਅਸੀਂ ਪਿੱਛੇ ਜਾਈ ਜਾਈਏ ਤਾਂ ਸਾਰੇ ਧਰਮ ਵੀ ਕਿਸੇ ਇੱਕ ਥਾਂ 'ਤੇ ਜਾ ਕੇ ਖੜੇ ਹੋ ਜਾਣਗੇ। ਪਰ ਅੱਜ ਸਾਡੇ ਨਾਲ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲੇ ਸਾਡੇ ਸਟੂਡੀਓ ਦੇ ਵਿੱਚ ਨੇ। ਇਹਨਾਂ ਨੇ ਬਹੁਤ ਅਧਿਐਨ ਕੀਤਾ ਗੁਰਬਾਣੀ ਦਾ ਤੇ ਸਿੱਖ ਧਾਰਮਿਕ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦਾ। ਇਹਨਾਂ ਨੂੰ ਪੁੱਛਾਂਗੇ ਕਿ ਇਹ ਮਸਲਾ ਸਿੱਖਾਂ ਦਾ ਮਸਲਾ ਜੇ ਹੈ ਤਾਂ ਅਸੀਂ ਇਹਨੂੰ ਕਿਸ ਐਂਗਲ ਤੋਂ ਵੇਖੀਏ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਪਰਮਜੀਤ ਸਿੰਘ ਖਾਲਸਾ ਜੀ ਦਾ। ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੰਦਰ ਦਾ ਭੂਮੀ ਪੂਜਨ ਕੀਤਾ ਗਿਆ, ਸਾਡੇ ਨਾਲ ਕੋਈ ਉਹਦਾ ਲੈਣ ਦੇਣ ਨਹੀਂ ਸੀਗਾ, ਪਰ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਦੇ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪ ਇੱਕ ਰਮਾਇਣ ਲਿਖੀ ਆ। ਹੁਣ ਉਸ ਤੋਂ ਬਾਅਦ ਸਾਰੀਆਂ ਗੱਲਾਂ ਜੇ ਅਸੀਂ ਸੋਸ਼ਲ ਮੀਡੀਆ 'ਤੇ ਮੈਂ ਦੇਖਦਾ ਕਿ ਬਹਿਸ ਸਿੱਖ ਹਲਕਿਆਂ ਦੇ ਵਿੱਚ ਬਹੁਤ ਵੱਡੀ ਚੱਲ ਗਈ। ਜਿਹੜਾ ਗੁਰਬਾਣੀ ਦੇ ਵਿੱਚ ਰਾਮ ਸ਼ਬਦ ਆਇਆ ਜੀ, ਇਹਦਾ ਵੀ ਉੱਥੇ ਜ਼ਿਕਰ ਹੋਇਆ ਕਿ 2500 ਵਾਰੀ 2600 ਵਾਰੀ ਰਾਮ ਸ਼ਬਦ ਗੁਰਬਾਣੀ ਦੇ ਵਿੱਚ ਆਇਆ ਹੈਗਾ। ਇਹ ਰਾਮ ਤੇ ਉਹ ਰਾਮ, ਅਸੀਂ ਇਹਨੂੰ ਕਿਵੇਂ ਦੇਖਣਾ ਜੀ ਸਿੱਖਾਂ ਨੇ? ਵਾਹਿਗੁਰੂ 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 ਵਾਹਿਗੁਰੂ। ਆਪ ਜੀ ਨੇ ਜੋ ਪ੍ਰਧਾਨ ਮੰਤਰੀ ਦੇ ਬਿਆਨ ਦਾ ਵਚਨ ਕੀਤਾ ਹੈ, ਉਹਦੇ ਵਚਨ ਤੋਂ ਆਪਾਂ ਨੂੰ ਕੋਈ ਬਹੁਤਾ ਹਤਾਹਤ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਜਮਾਤ
ਹਮੇਸ਼ਾ ਤੋਂ ਸਾਨੂੰ ਆਪਣੇ ਵਿੱਚ ਰਲ ਗੱਡ ਕਰਨਾ ਚਾਹੁੰਦੀ। ਜੀ ਜੀ। ਜਿਹੜਾ ਰਾਮ ਸ਼ਬਦ ਹੈ, ਰਾਮ ਸ਼ਬਦ ਜਿਹੜਾ 2500 ਵਾਰੀ ਜਾਂ ਜਿੰਨੀ ਵਾਰੀ ਕਹਿੰਦੇ ਆਇਆ ਜੀ ਜੀ, ਇਸ ਰਾਮ ਲਈ ਨਹੀਂ। ਉਹ ਕੁਝ ਵਾਰ ਉਸ ਰਾਮ ਦਾ ਜ਼ਿਕਰ ਕੀਤਾ ਹੈ ਇਤਿਹਾਸਕ ਪਹਿਲੂਆਂ ਨਾਲ, ਮਗਰ ਉੱਥੇ ਜਿਹੜੀ ਗੱਲ ਕੀਤੀ ਹੈ ਉੱਥੇ ਇਹ ਕਿਹਾ ਵੀ ਰੋਵੇ ਰਾਮ ਨਕਾਲਾ ਪਿਆ। ਜਿਹੜੇ ਰਾਮ ਦੇ ਇਹ ਮੰਦਿਰ ਬਣਾ ਰਿਹਾ, ਇਹ ਰਾਮਚੰਦਰ ਦੀ ਗੱਲ ਕਰ, ਰਾਮਚੰਦਰ ਦੀ ਗੱਲ ਕਰ ਰਹੇ, ਜਿਹਦੇ ਮੰਦਿਰ ਦੀ ਗੱਲ ਕਰ ਰਹੇ ਅਯੁੱਧਿਆ ਵਿੱਚ, ਜਿਹਨੂੰ ਇੱਕ ਜਗ੍ਹਾ ਨਾਲ ਉਹ ਦਿਸ਼ਾ ਵਿਸ਼ਾ ਉਹ ਫੈਲੇ ਹੋਏ ਅਨੁਰਾਗ ਆ, ਉਹ ਜਿਹੜਾ ਰਾਮ ਆ ਉਹ ਤੇ ਜਤਰ ਤਤਰ ਦਿਸ਼ਾ ਵਿਸ਼ਾ ਉਹ ਫੈਲੇ ਹੋਏ ਅਨੁਰਾਗ ਵਾਹਿਗੁਰੂ ਪਰਮੇਸ਼ਰ ਰਾਮ ਜਿਹੜਾ ਰਮਿਆ ਹੋਇਆ। ਤੇ ਇਹ ਜਿਹੜੇ ਇਹਦੀ ਗੱਲ ਕਰ ਰਹੇ ਨੇ, ਇਹ ਇੱਕ ਜਗ੍ਹਾ ਦਾ ਇੱਕ ਕਰੈਕਟਰ ਦਾ ਨਾਮ ਆ ਤੇ ਉਹਦੇ ਬਾਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਜ਼ਿਕਰ ਕੀਤਾ ਹੈ ਵੀ ਇੱਕ ਸਮਾਂ ਆਇਆ ਜਦੋਂ ਜੰਗਲਾਂ ਦੇ ਵਿੱਚ ਰੋਂਦਾ ਫਿਰਦਾ ਸੀ। ਉਸ ਰਾਮ ਦੀ ਕਹਾਣੀ, ਰੋਵੇ ਰਾਮ ਨਕਾਲਾ ਪਿਆ। ਕਿਹੜੀ ਗੱਲੋਂ ਰੋਇਆ? ਸਾਹਿਬ ਨੇ ਅੱਗੇ ਦੱਸਿਆ, ਸੀਤਾ ਲਖਮਣ ਵਿਛੜ ਗਿਆ, ਇਸ ਗੱਲੋਂ ਰੋਇਆ। ਜੀ ਜੀ। ਫਿਰ ਭਗਤ ਨਾਮਦੇਵ ਨੇ ਹੋਰ ਗੁਰਬਾਣੀ ਦੇ ਵਿੱਚ ਸ਼ਬਦਾਂ ਦੇ ਵਿੱਚ ਉਹਨਾਂ ਦੇ ਬਾਰੇ ਬਹੁਤ ਕੁਝ ਕਿਹਾ ਹੈ। ਮਨ ਮੇ ਝੂਰੇ ਰਾਮਚੰਦ ਜੀ। ਹੁਣ ਜਿਹੜਾ ਝੂਰਿਆ ਹੈ ਕਿਸੇ ਗੱਲੋਂ, ਉਹ ਭਗਵਾਨ ਨਹੀਂ ਹੋ ਸਕਦਾ। ਝੂਰ ਨਹੀਂ ਆ ਗਿਆ, ਝੂਰਨ ਦੀ ਲੋੜ ਨਹੀਂ। ਝੂਰਨ ਰੱਬ ਥੋੜਾ ਝੂਰਦਾ। ਬਿਲਕੁਲ। ਜੇ ਉਹ ਰਾਮ ਆ ਤੇ ਜਿਹੜੇ ਰਾਮ ਦੀ ਗੱਲ ਕਰਦੇ 2500 ਵਾਰ ਆਇਆ, ਜਿਹੜਾ 2500 ਵਾਰ ਆਇਆ ਉਹ ਰਮੇ ਹੋਏ ਰਾਮ ਦੀ ਕਹਾਣੀ, ਰਮਈਆ ਜਿਹਨੂੰ ਆਪਾਂ ਕਹਿੰਦੇ। ਰੋਮ ਰੋਮ ਚ ਜਿਹੜਾ ਹਰ ਜੀਵ ਦੇ, ਮੁਸਲਮਾਨ ਚ ਵੀ ਉਨਾ ਹੀ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਘਾਟ ਵੱਢ ਹੋਤਾ ਹੈ। ਕਿਸੇ ਵਿੱਚ ਵੀ ਘੱਟ ਨਹੀਂ, ਕਿਸੇ ਚ ਵੀ ਵੱਧ ਨਹੀਂ। ਕੀੜੀ ਤੋਂ ਲੈ ਕੇ ਚਿੰਟੀ ਤੇ ਕੁੰਚਰ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟਾ ਫੁੱਲਾ। ਸਾਰਿਆਂ ਦੇ ਉਹਦੀ ਕਿਰਪਾ ਦ੍ਰਿਸ਼ਟੀ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦਾ ਨਿਵਾਸ ਹੈ ਉਸ ਰਾਮ ਦਾ। ਸਭ ਹੈ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮਗਰ ਜਿਸ ਰਾਮ ਨੂੰ ਪ੍ਰਮੋਟ ਇਹ ਕਰ ਰਿਹਾ, ਉਹਦੇ ਬਾਰੇ ਲਿਖਿਆ ਮਨ ਮੈਂ ਝੂਰੇ ਰਾਮਚੰਦ। ਕਿਹੜੀ ਗੱਲੋਂ ਝੂਰਿਆ? ਅਸੀਂ ਇਹ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਝੂਰਿਆ ਹੈ, ਸਾਡਾ ਬਾਪ ਵੀ, ਜਿਹਨੂੰ ਇਹ ਆਪਣੇ ਨਾਲ ਜੋੜਦੇ ਆ, ਸਾਡਾ ਬਾਪ ਵੀ ਪੁੱਤ ਸ਼ਹੀਦ ਕਰਾ ਕੇ ਜੰਗਲਾਂ ਵਿੱਚ ਗਿਆ ਹੈ। ਮਗਰ ਇੱਥੇ ਰੋਣ ਦੀ ਕਹਾਣੀ ਆ, ਰੋਵੇ ਰਾਮ ਨਕਾਲਾ ਪਿਆ। ਇੱਕ ਪਾਸੇ ਰੋਣ ਦੀ, ਇੱਕ ਪਾਸੇ ਗਾਉਣ ਦੀ। ਕੀ ਬਾਤ। ਇੱਕ ਰੋਇਆ, ਇੱਕ ਗਾਇਆ। ਪੁੱਤਰਾਂ ਦੀਆਂ ਲਾਸ਼ਾਂ ਤੋਂ ਦੀ ਜਾ ਕੇ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਇਹ ਗਾਇਆ ਹੈ। ਅਸੀਂ ਤੋਲਦੇ ਨਹੀਂ, ਕਿਉਂਕਿ ਕਿਸੇ ਨੂੰ ਵੀ ਉਹਨਾਂ ਨੂੰ ਮੁਬਾਰਕ ਜਿਹਨੂੰ ਉਹ ਕਹਿੰਦੇ। ਅਸੀਂ ਪੁੱਛਦੇ ਹਾਂ ਕਿ ਸਾਹਿਬ ਗੁਰੂ ਨਾਨਕ ਸਾਹਿਬ ਜੀ, ਰਾਮਚੰਦਰ ਜੀ ਕਿਉਂ ਝੂਰੇ? ਕਿਉਂ ਤੁਸੀਂ ਕਿਹਾ ਵੀ ਝੂਰੇ, ਮਨ ਮੇ ਝੂਰੇ ਰਾਮਚੰਦ। ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਿਬ ਕਹਿੰਦੇ ਸੀਤਾ ਲਖਮਣ ਜੋਗ। ਸੀਤਾ ਤੇ ਲਖਮਣ ਦੇ ਵਿਛੋੜੇ ਦੇ ਮਲਾਪ ਲਈ ਰੋਂਦਾ ਫਿਰਦਾ, ਝੂਰਦਾ ਫਿਰਦਾ ਸੀ ਜੰਗਲਾਂ ਵਿੱਚ ਉਹ ਰਾਮ ਜਿਹਨੂੰ ਇਹ ਪ੍ਰਮੋਟ ਕਰ ਰਿਹਾ। ਤੇ ਕਹਿੰਦੇ ਉਹ ਕਣ ਕਣ ਮੈਂ ਵਸਾ ਹੈ, ਝੂਠ ਬੋਲ ਰਿਹਾ। ਉਹ ਰਾਮ ਕਣ ਕਣ ਮੈਂ ਨਹੀਂ ਹੈ, ਉਹ ਰਾਮ ਹੋਰ ਹੈ ਜਿਹੜਾ ਕਣ ਕਣ ਦੇ ਵਿੱਚ ਵਸਾ ਹੈ। ਉਹ ਰਾਮ ਹੈ ਰਮਿਆ ਹੋਇਆ, ਸ਼ਬਦ ਰਾਮ, ਜਿਹਨੂੰ ਸ਼ਬਦ ਕਹਿ ਲੋ, ਅੱਲਾ ਕਹਿ ਲੋ, ਵਾਹਿਗੁਰੂ ਕਹਿ ਲੋ, ਉਹ ਰਾਮ ਦੀ ਕਹਾਣੀ। ਮਗਰ ਇਹ ਉਹਨੂੰ ਪ੍ਰਮੋਟ ਕਰ ਰਿਹਾ ਜਿਹੜਾ ਅਯੁੱਧਿਆ 'ਚ ਜੰਮਿਆ। ਜਿਹੜਾ ਜੰਮਿਆ ਤੇ ਮਰਿਆ ਉਹ ਰਾਮ ਹੋ ਹੀ ਨਹੀਂ ਸਕਦਾ। ਜਨਮ ਮਰਨ ਤੇ ਰਹਿਤ ਨਰਾਇਣ ਲਿਖਿਆ ਹੈ। ਉਹ ਜਨਮ ਨਾ ਮਰੇ ਰੇ ਸਾਗਤ ਢੋਰ। ਉਹ ਤੇ ਸਾਗਤੋ ਢੋਰੋ ਪਸ਼ੂਓ ਲੋਕੋ, ਜਿਹੜਾ ਰੱਬ ਪਰਮੇਸ਼ਵਰ ਆ, ਜਿਹਨੂੰ ਤੁਸੀਂ ਕਣ ਕਣ ਮੈਂ ਵਸਾ ਹੈ ਜੀ, ਕਣ ਕਣ ਮੈਂ ਨਹੀਂ ਵਸਾ। ਉਹ ਕੇਵਲ ਇੱਕ ਕਮਿਊਨਿਟੀ ਦੇ ਵਿੱਚ ਪੂਜਿਆ ਜਾਣ ਵਾਲਾ ਰਾਮ ਆ। ਇੱਥੇ ਕਿਸੇ ਨੂੰ ਪੁੱਛ ਕੇ ਵੇਖ ਲਓ, ਹੂ ਇਜ਼ ਰਾਮ? ਕਹਿੰਦੇ ਨਹੀਂ, ਮੈਨੂੰ ਨਹੀਂ ਪਤਾ ਕੌਣ ਆ ਰਾਮ। ਜੇ ਪੁੱਛੋ ਗੋਡ, ਜਿਹਨੂੰ ਇਹ ਗੋਡ ਕਹਿੰਦੇ ਨੇ ਤੁਹਾਡੇ ਦੇਸ਼ਾਂ ਵਾਲੇ, ਆਖਣਗੇ ਆਈ ਨੋ, ਗੋਡ ਨੂੰ ਮੈਂ ਜਾਣਦਾ ਹਾਂ, ਗੋਡ ਕੌਣ ਆ। ਜੇ ਤੇ ਉਹਨੂੰ ਉਹ ਕਰਕੇ ਪ੍ਰਮੋਟ ਕਰਨ ਤੇ ਫਿਰ ਤਾਂ ਉਹਦਾ ਮੰਦਿਰ ਹੀ ਕੋਈ ਨਹੀਂ। ਆ ਜਿੰਨੇ ਸਰੀਰ ਨੇ ਸਾਰੀ ਕਾਇਨਾਤ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਉਹਦੇ ਮੰਦਿਰ ਆ। ਉਹਦੇ ਤੇ ਮਨਾਉਣ ਦੀ ਕੋਈ ਜ਼ਰੂਰਤ ਨਹੀਂ, ਉਹਦੇ ਮੰਦਿਰ ਬਣਾਉਣ ਦੀ। ਫਿਰ ਤਾਂ ਉਹਦਾ ਮੰਦਿਰ ਪਹਿਲੋਂ ਹੀ ਸੱਜਿਆ ਤੇ ਹਰ ਘਟਾ ਵਿੱਚ ਬੈਠਾ। ਮਨ ਮੇ ਝੂਰੇ ਰਾਮਚੰਦ, ਮਨ ਵਿੱਚ ਝੂਰਦਾ ਕਿਉਂ? ਸੀਤਾ ਲక్ష్మణ ਜੋਗ, ਵਿਛੋੜੇ ਲਈ ਤੜਫਦਾ ਫਿਰਦਾ, ਕਹਿੰਦਾ ਕਿਤੇ ਮੈਨੂੰ ਮਿਲ ਜਾਣ। ਇਹਦਾ ਇਹ ਕਨਸੈਪਟ ਆ। ਫਿਰ ਕਹਿੰਦੇ ਉਹਨੇ ਕੀ ਕੀਤਾ ਅੱਗੇ? ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਆ, ਜਿਨ੍ਹਾਂ ਨੂੰ ਇਹਨਾਂ ਨੂੰ ਬੰਸਾਂ ਨੂੰ ਜੋੜਦੇ ਫਿਰਦੇ ਨੇ, ਉਹ ਕਿੰਨਾ ਵਿਅਕੀ ਨਾਲ ਬੋਲੇ ਨੇ ਮੇਰੇ ਸਤਿਗੁਰੂ। ਕਹਿੰਦੇ ਹਨੂਮੰਤਰ ਆਰਾਧਿਆ। ਆ ਸੁਣ ਲਓ, ਜੇ ਭਗਵਾਨ ਆ ਤੇ ਉਹ ਵੀ ਕਿਸੇ ਦੀ ਆਰਾਧਨਾ ਕਰੂ, ਜੇ ਰੱਬ ਆ ਤੇ ਉਹ ਵੀ ਕਿਸੇ ਦੀ ਆਰਾਧਨਾ ਕਰੂ। ਹਨੂਮੰਤਰ ਆਰਾਧਿਆ, ਹਨੂਮੰਤਰ ਦੀ, ਹਨੂਮਾਨ ਦੀ ਆਰਾਧਨਾ ਕੀਤੀ ਤੇ ਆਇਆ ਕਰ ਸੰਜੋਗ। ਉਹ ਸੰਜੋਗ ਕਰਕੇ ਆਇਆ ਤੇ ਉਹਨੂੰ ਕਿਹਾ ਵੀ ਮੇਰੀ ਤੁਸੀਂ ਹੈਲਪ ਕਰੋ, ਮੇਰੇ ਨਾਲ ਚੱਲੋ।
ਇਸ ਤਰ੍ਹਾਂ ਜੰਗ ਕਰਨੀ ਆਪਾਂ। ਇਸ ਕਰਕੇ ਉਹ ਰਾਮ ਦੀ ਕਹਾਣੀ ਨਹੀਂ ਗੀ। ਜਿਸ ਰਾਮ ਨੂੰ ਇਹ ਪ੍ਰਮੋਟ ਕਰ ਰਿਹਾ, ਉਹ ਜੰਮਿਆ ਵਾ, ਉਹਦਾ ਪਿਓ ਆ, ਉਹਦੀ ਮਾਂ ਵਾ, ਉਹਦਾ ਪਰਿਵਾਰ ਆ, ਰਘੂਬੰਸੋ ਨੂੰ ਕਹਿੰਦੇ ਆ। ਉਹ ਪਰਮੇਸ਼ਰ ਦੀ ਕੋਈ ਕੋਲ ਨਹੀਂ, ਪਰਮੇਸ਼ਰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਕਿਸੇ ਕੋਲ ਚੋਂ ਨਹੀਂ ਆਇਆ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਚੋਂ ਨਿਕਲਿਆ ਹੋਇਆ ਰਾਮ ਹੈ, ਜਿਹਦੀ ਇਹ ਕਹਾਣੀ ਕਰਦੇ ਨੇ ਵੀ ਉਹ ਰਾਮ ਕਣ ਕਣ ਮੈਂ, ਉਹ ਰਾਮ ਨਹੀਂ ਗਾ। ਜਿਹੜਾ ਗੁਰਬਾਣੀ ਵਿੱਚ ਰਾਮ ਆ, ਉਸ ਰਾਮ ਦੀ ਕਹਾਣੀ ਨਹੀਂ। ਹਾਂ, ਇੱਕ ਦੋ ਸ਼ਬਦਾਂ ਵਿੱਚ ਜ਼ਿਕਰ ਆਇਆ ਹੈ, ਰਾਮੇ ਕੇ ਸਵਾਮੀ ਨਾਮੇ ਕੇ ਸਵਾਮੀ ਸੀ ਬਹੋਰੀ, ਸੀ ਬਹੋਰੀ, ਸੀਆ ਦਾ ਪਤੀ ਜਿਹੜਾ, ਉਹਦੀ ਗੱਲ ਕੀਤੀ ਉੱਥੇ, ਰਾਮ ਦਾ ਉਸ ਦਾ ਜ਼ਿਕਰ ਕੀਤਾ ਹੈ ਇੱਕ ਸ਼ਬਦ ਵਿੱਚ। ਅੱਛਾ, ਉਹ ਸ਼ਬਦ ਵਿੱਚ ਉਹ ਵੀ ਪੂਜਕ ਨਹੀਂ ਕਹਿ ਬਣ ਕੇ ਦੱਸਿਆ ਵੀ ਜਿਹੜੀ ਮੈਂ ਗੱਲ ਕਰ ਰਿਹਾ, ਮੈਂ ਉਹਦੀ ਗੱਲ ਕਰ ਰਿਹਾ ਜਿਹੜਾ ਸੀਤਾ ਦਾ ਪਤੀ ਹੈ। ਅੱਛਾ, ਨਾਲ ਮੈਂਸ਼ਨ ਕਰਤਾ। ਹੁਣ ਮੈਂ ਕਿਹਦੀ ਗੱਲ ਕਰਦਾ? ਲੰਕ ਭਵੀਖਣ ਆਪੇ ਉਹ। ਤੇ ਫਿਰ ਇੱਕ ਹੋਰ ਬੜਾ ਪੁਆਇੰਟ ਸੁਣਯੋਗ ਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹਨੂੰ ਕਹਿੰਦੇ ਅੰਸ ਬੰਸ, ਉਹਨਾਂ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ ਤੇ ਭੇਦ ਲੈ ਕੇ ਕਿਸੇ ਦਾ ਘਰ ਦਾ ਭੇਤੀ ਤੋੜ ਕੇ, ਜਿਸ ਤਰ੍ਹਾਂ ਇਹ ਸਾਡੇ ਬੰਦੇ ਤੋੜ ਕੇ ਤੇ ਬੁਲਵਾਉਣ ਡੇ, ਇਸ ਤਰ੍ਹਾਂ ਉਹਨਾਂ ਨੇ ਕੀਤਾ। ਜੀ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਤੇ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ ਜੰਗਾਂ ਕੀਤੀਆਂ, ਉਹਦੇ 'ਚ ਇਸ ਤਰ੍ਹਾਂ ਦੇ ਬੰਦੇ ਵਾੜ ਕੇ ਭੇਤ ਨਹੀਂ ਲਿਆ, ਸਿੱਧੀ ਜੰਗ ਕੀਤੀ, ਧਰਮ ਦੀ ਜੰਗ ਕੀਤੀ, ਜਿਹਨੂੰ ਧਰਮ ਦੀ। ਇੱਥੇ ਲਿਖਿਆ ਭੇਦ ਭਵੀਖਣ, ਉੱਥੇ ਲਿਖਿਆ ਭੇਦ ਭਵੀਖਣ ਤੇ ਮਾਰਿਓ ਇਹ ਰਾਵਣ। ਹੰਕਾਰੀ ਰਾਵਣ ਨੂੰ ਮਾਰਿਆ ਕੀ ਕਰਕੇ? ਉਹਦੇ ਭਰਾ ਕੋਲੋਂ ਉਹਦਾ ਭੇਦ ਲੈ ਕੇ, ਧੋਖੇ ਨਾਲ ਮਾਰਿਆ। ਇਸ ਕਰਕੇ ਰਾਮ ਕਦੀ ਕਿਸੇ ਨੂੰ ਧੋਖਾ ਨਹੀਂ ਦਿੰਦਾ। ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਉਹ ਤੇ ਜਿਨ੍ਹਾਂ ਦੇ ਮਨ 'ਚ ਵਸਦਾ, ਨਾ ਉਹ ਮਰਦੇ ਨੇ, ਨਾ ਠੱਗਦੇ, ਨਾ ਕਿਸੇ ਨੂੰ ਠੱਗਦੇ ਆ, ਨਾ ਉਹ ਠੱਗੇ ਜਾਂਦੇ। ਇਸ ਕਰਕੇ ਅਸੀਂ ਉਸ ਰਾਮ ਨੂੰ ਨਹੀਂ ਮੰਨਦੇ, ਗੁਰਬਾਣੀ ਵਿੱਚ ਉਸ ਰਾਮ ਦਾ ਜ਼ਿਕਰ ਨਹੀਂ ਗਾ। ਜੀ ਜੀ ਭਾਈ ਸਾਹਿਬ ਜੀ, ਨਾਲ ਦੀ ਨਾਲ ਜਿਹੜਾ ਅਗਲਾ ਇੱਕ ਇਸ਼ੂ ਬਣ ਗਿਆ, ਇੱਕ ਤਾਂ ਬਣ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਜਾ ਕੇ ਕਹਿੰਦੇ ਵੀ ਇੱਕ ਲੜਾਈ ਕੀਤੀ ਰਾਮ ਮੰਦਰ ਨੂੰ ਆਜ਼ਾਦ ਕਰਾਉਣ ਲਈ। ਤੁਸੀਂ ਇਤਿਹਾਸ ਪੜ੍ਹਿਆ ਬੱਚਿਆ, ਇਹ ਕਿਤੇ ਜ਼ਿਕਰ ਆਉਂਦਾ ਜੀ ਇਤਿਹਾਸ ਦੇ ਵਿੱਚ? ਬਿਲਕੁਲ ਨਹੀਂ। ਕਿਸੇ ਪਰਸਨਲ ਮੈਟਰ ਲਈ ਗੁਰੂ ਦੀ ਕੋਈ ਲੜਾਈ ਨਹੀਂ। ਜਰ ਜੋਰੂ ਤੇ ਜ਼ਮੀਨ ਲਈ ਸਾਡੇ ਪਿਤਾ ਜੀ ਦੀ ਕੋਈ ਲੜਾਈ ਨਹੀਂ। ਸਾਡੇ ਪਿਤਾ ਜੀ ਦੀ ਅਵਰ ਬਾਸ਼ਨਾ ਨਾ ਹੈ ਪ੍ਰਭ, ਧਰਮ ਯੁੱਧ ਕੇ ਚਾਹੇ, ਧਰਮ ਯੁੱਧ ਕੀਤੇ ਨੇ। ਕਿਉਂਕਿ ਜੀ ਜਦੋਂ ਉਸ ਗੱਲ ਨੂੰ ਰੰਗਣ ਦਿੱਤੀ ਜਾਂਦੀ ਆ, ਇੱਕ ਕੋਈ ਕਿਤਾਬ ਲਿਖੀ ਗਈ ਕਿਸੇ ਰਾਈਟਰ ਵੱਲੋਂ, ਉਹਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦਾ ਅਯੁੱਧਿਆ ਜਾਣਾ, ਜਿੰਨਾ ਕੁ ਮੈਂ ਪੜ੍ਹਿਆ ਕਿ ਜਦੋਂ ਉਹ ਆਪਣੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਆ ਬਾਲ ਅਵਸਥਾ ਦੇ ਵਿੱਚ, ਉਦੋਂ ਅਯੁੱਧਿਆ ਵਿਚਦੀ ਹੁੰਦੇ ਹੋਏ ਆਏ, ਉਦੋਂ ਦਾ ਜ਼ਿਕਰ ਹੈਗਾ ਇਤਿਹਾਸ ਦੇ ਵਿੱਚ ਕਿ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਸੀ, ਉਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਦੇ ਵਿੱਚ ਉੱਥੇ ਗਏ। ਪਰ ਉਹ ਤੋਂ ਬਾਅਦ ਲੜਾਈ ਲਈ ਸਿੰਘਾਂ ਦਾ ਜੱਥਾ ਲੈ ਕੇ ਉੱਥੇ ਜਾਣ ਦਾ ਕਿਤੇ ਮੈਂ ਤਾਂ ਜ਼ਿਕਰ ਨਹੀਂ ਪੜ੍ਹਿਆ। ਪਰ ਇਹ ਜ਼ਿਕਰ ਵੀ ਉਸ ਕਿਸੇ ਕਿਤਾਬ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਮੈਂਸ਼ਨ ਕਰ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ। ਪਰ ਮੈਂ ਦਰਸ਼ਕਾਂ ਨੂੰ ਇਹ ਇੱਕ ਹੋਰ ਰੌਚਕ ਗੱਲ ਇਹਦੇ ਵਿੱਚ ਕਿ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਹਿੰਦੁਸਤਾਨ ਤੇ ਆ ਕੇ ਕਬਜ਼ਾ ਕੀਤਾ। ਬਾਬਰੀ ਮਸਜਿਦ 1538 ਦੇ ਵਿੱਚ ਬਣ ਗਈ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ, ਉਦੋਂ ਤਾਂ ਉੱਥੇ ਬਾਬਰੀ ਮਸਜਿਦ ਬਣੀ ਹੋਈ ਸੀ ਤੇ ਫਿਰ ਉਹਨਾਂ ਨੇ ਕਿਹੜੇ ਮੰਦਰ ਦੀ ਰਾਖੀ ਕਰਨੀ ਸੀ ਉੱਥੇ? ਸੋ ਕਈ ਗੱਲਾਂ ਇਤਿਹਾਸਕ ਪੱਖ ਤੋਂ ਵੀ ਠੀਕ ਨਹੀਂ ਹੈਗੀਆਂ, ਉਹਨਾਂ ਨੂੰ ਜਾਣ-ਬੁੱਝ ਕੇ ਕਈ ਕਿਤਾਬਾਂ ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਜੀ। ਨਾਲ ਦੀ ਨਾਲ ਗੱਲ ਆਈ ਜੀ ਗਿਆਨੀ ਇਕਬਾਲ ਸਿੰਘ ਉਹਨਾਂ ਦੀ, ਉਹਨਾਂ ਨੇ ਉੱਥੇ ਗੁਰੂ ਸਾਹਿਬ ਦੀ ਬੰਸ ਦੀ ਗੱਲ ਕੀਤੀ ਆ। ਹੁਣ ਗੁਰੂ ਸਾਹਿਬ ਦੀ ਬੰਸਾਵਲੀ ਨੂੰ ਲੈ ਕੇ ਬੜਾ ਸਿੱਖਾਂ ਦੇ ਵਿੱਚ ਭੰਬਲ ਭੁੱਸਾ ਪਿਆ ਹੋਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਕਈ ਥਾਵਾਂ ਤੇ ਬੈਠਾ ਸੋਢੀ ਪਾਤਸ਼ਾਹ ਗੱਲ ਆ ਗਈ, ਜਾਂ ਭੱਲਿਆਂ ਤਰੇਹਣ ਦੀ ਗੱਲ ਆ ਗਈ, ਬੇਦੀਆਂ ਦੀ ਗੱਲ ਆ ਗਈ। ਇਹਨੂੰ ਕਿਵੇਂ ਦੇਖਦੇ? ਇਹਨੂੰ ਸਤਿਗੁਰੂ ਦੀ ਬਾਣੀ 'ਚੋਂ ਵੇਖਣਾ ਪੈਣਾ ਹੈ ਜੀ। ਪਹਿਲੀ ਗੱਲ ਤਾਂ ਆਪਾਂ ਨੂੰ ਆਪਣੀ ਜਿਹੜੀ ਬੰਸਾਵਲੀ ਆ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਤੋਂ ਬਣਾਉਣੀ ਪੈਣੀ। ਜੇ ਤੇ ਅਸੀਂ ਫਿਜ਼ੀਕਲ ਸਰੀਰ ਨਾਲ ਜੁੜ ਕੇ ਬਣਾਈ ਤੇ ਕਿਤੇ ਨਾ ਕਿਤੇ ਜਾਊਗੀ ਜੁੜੂ, ਜੋ ਇਹ ਕਹਿ ਰਹੇ ਆ। ਆਖਰ ਹਰ ਬੰਦੇ ਦਾ ਕਿਤੇ ਨਾ ਕਿਤੇ ਜਾ ਕੇ ਨਾਤਾ ਜੁੜਦਾ ਹੈ। ਅਸੀਂ ਆਪਣੀ ਸ਼ੁਰੂਆਤ ਨਨਕਾਣਾ ਸਾਹਿਬ ਤੋਂ ਵੀ ਨਹੀਂ ਕਰਦੇ। ਅੱਛਾ ਨਾ, ਨਨਕਾਣਾ ਸਾਹਿਬ ਮਹਿਤਾ ਕਾਲੂ ਜੀ ਦੇ ਘਰ ਇੱਕ ਸਪੁੱਤਰ ਜਨਮ ਲੈਂਦਾ ਹੈ, ਪ੍ਰਗਟ ਹੁੰਦਾ, ਜਿਹਨੂੰ ਸਾਹਿਬ ਗੁਰੂ ਨਾਨਕ ਸਾਹਿਬ ਦਾ ਨਾਮ ਹੈ, ਜਿਹਦਾ ਸਾਰੀ ਦੁਨੀਆ ਜਾਣਦੀ। ਮਗਰ ਜਿੱਦਣ ਵੇਈ ਦੇ ਵਿੱਚੋਂ ਆਉਂਦੇ ਆ, ਬਾਹਰ ਨਿਕਲਦੇ ਆ, ਉਹਨਾਂ ਚਿਰ ਤੱਕ ਉਹ ਬੇਦੀ, ਜਿੱਦਣ ਵੇਈ 'ਚ ਵੜੇ ਉਦੋਂ ਉਹਨਾਂ ਨੇ ਵੇਖਿਆ ਵੀ 3 ਨਦੀਆਂ ਪਹਿਲੋਂ ਇੱਥੇ ਵਗ ਰਹੀਆਂ ਨੇ ਸਮਾਜ ਵਿੱਚ।
ਇੱਕ ਜੋਗ ਮਤ ਦੀ, ਇੱਕ ਹਿੰਦੂ ਮਤ ਦੀ, ਇੱਕ ਇਸਲਾਮ ਦੀ, ਤੇ ਤਿੰਨਾਂ ਦਾ ਜ਼ਿਕਰ ਕੀਤਾ ਹੈ। ਕਾਦੀ ਕੂੜ ਬੋਲ ਮਲ ਖਾਏ ਮੈਲ ਦੀ ਭਰੀ, ਇਹ ਜਿਹੜੀ ਇਨਸਾਨੀ ਸੋਚ ਹੈ ਇਸ ਨਦੀ ਦੀ ਮੈਂ ਗੱਲ ਦੱਸ ਕਰ, ਮੈਲ ਦੀ ਭਰੀ। ਕਾਦੀ ਕੂੜ ਬੋਲ, ਝੂਠ ਬੋਲ ਕੇ ਕਾਜੀ ਮੈਲ ਖਾ ਰਿਹਾ ਹੈ। ਬ੍ਰਾਹਮਣ ਨਾਵੇ, ਇਹ ਗੰਗਾ ਚ ਚੁਮੀਆਂ ਲੈ ਰਿਹਾ, ਜੀਆਂ ਘਾਏ, ਜੀਆਂ ਦਾ ਘਾਤ ਕਰਕੇ, ਇਹ ਦੋ ਲੈ ਲਈਆਂ। ਜੋਗੀ ਜੁਗਤ ਨਾ ਜਾਣੇ ਅੰਧ, ਜੋਗੀ ਨੂੰ ਕਿਸੇ ਜੁਗਤੀ ਦਾ ਪਤਾ ਨਹੀਂ, ਅੰਨਾ ਹੈ, ਤੇ ਤਿੰਨੇ ਹੀ ਸਮਾਜ ਨੂੰ ਅਗਵਾਈ ਦੇ ਰਹੇ ਜੀ। ਤੇ ਪੈਦਾ ਤੇ ਫਿਰ ਸਰੀਰ ਕਰਕੇ, ਤੇ ਉੱਥੇ ਮਹਿਤਾ ਕਾਲੂ ਜੀ ਦੇ ਘਰ ਆਏ ਤੇ ਆਪਾਂ ਆਖਿਆ ਉਸ ਸਰੀਰ ਨੂੰ ਝਾੜਿਆ ਹੈ। ਵੇਈ 'ਚ ਜਾਣ ਦਾ ਮਤਲਬ ਕਿ ਤਿੰਨਾਂ ਨਦੀਆਂ ਦੇ ਸੁਮੇਲ ਵਿੱਚੋਂ ਮੈਂ ਬਾਹਰ ਆ ਗਿਆ ਜੀ। ਇਹ ਸਮਝਣਾ ਪੈਣਾ ਹੈ। ਵੇਖੋ ਗਿਆਨੀ ਇਕਬਾਲ ਸਿੰਘ ਨੂੰ ਮੈਂ ਵੀ ਸੁਣ ਰਿਹਾ ਸੋਸ਼ਲ ਮੀਡੀਆ ਤੇ ਗਾਲਾਂ ਲੱਖਾਂ ਕੱਢੀਆਂ ਜਾ ਰਹੀਆਂ, ਉਹ ਸ਼ਬਦ ਸਿੱਖ ਦੇ ਮੂੰਹ 'ਚੋਂ ਚੰਗੇ ਹੀ ਨਹੀਂ ਲੱਗਦੇ। ਤੁਸੀਂ ਉਹਨੂੰ ਕੱਟ ਦਿਓ ਸੁਰਤ 'ਚੋਂ, ਮਿਲੋ ਨਾ, ਮਿਲਾਪ ਨਾ ਕਰੋ। ਇਹ ਮੈਟਰ ਜਥੇਦਾਰ ਦਾ ਵੀ ਉਹਨੂੰ ਕੀ ਸਜ਼ਾ ਦੇਣੀ, ਮਗਰ ਜਿਹੜੀ ਭਾਸ਼ਾ ਸਾਡੀ ਵਿਗੜ ਰਹੀ ਆ ਕਿਸੇ ਲਈ ਵੀ, ਮੈਂ ਕਹਿੰਦਾ ABC ਵੀ ਹੋਵੇ, ਇਹ ਸਾਡੀ ਗੁਰੂ ਦੇ ਸਿੱਖ ਦੀ ਭਾਸ਼ਾ ਨਹੀਂ ਗੀ। ਫਿੱਕਾ ਬੋਲ ਬਗੁਚਣਾ ਸੁਣ ਮੂਰਖ ਮਾਨਾ ਜਾਣ, ਲਿਖਿਆ ਗੁਰਬਾਣੀ 'ਚ, ਨਾਨਕ ਫਿੱਕੇ ਬੋਲੀਏ ਮਨ ਤਨ ਫਿੱਕਾ ਹੋਏ। ਸਾਨੂੰ ਇਹ ਵੇਖਣਾ ਹੈ ਵੀ ਅਸੀਂ ਗਿਆਨੀ ਇਕਬਾਲ ਸਿੰਘ ਨੂੰ ਕਿਉਂ ਸੁਣੀਏ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣੀਏ। ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਉੱਥੋਂ ਸ਼ੁਰੂ ਹੋਈ ਜਦੋਂ ਉਹਨਾਂ ਵੇਈ ਦੇ ਵਿੱਚੋਂ ਬਾਹਰ ਕੱਢ ਕੇ ਜਿਹੜੀਆਂ ਤਿੰਨ ਨਦੀਆਂ ਵਗਦੀਆਂ ਸੀ ਨਾ, ਇਹਨਾਂ ਤਿੰਨਾਂ ਦੇ ਵਿੱਚੋਂ ਮੈਂ ਬਾਹਰ ਆਣ ਕੇ ਅੱਜ ਬੋਲਿਆ, ਤੇ ਸਰੀਰ ਮੈਂ ਵਿੱਚ ਹੀ ਝਾੜ ਆਇਆ ਜੀ। ਜਿਹੜਾ ਮੇਰਾ ਵੀ ਸਰੀਰ ਆਇਆ ਸੀ ਨਾ ਇਹਨਾਂ ਦੇ ਘਰ, ਜੀ ਲੋਕੀ ਕਹਿੰਦੇ ਹਿੰਦੂਆਂ ਦੇ ਘਰ ਆਏ, ਉਹ ਸਰੀਰ ਮੈਂ ਝਾੜ ਦਿੱਤਾ ਹੈ। ਅੱਜ ਤੋਂ ਮੈਂ ਸ਼ਬਦ ਪ੍ਰਗਟ ਹੋਇਆ। ਸ਼ਬਦ ਭਾਈ ਸਾਹਿਬ, ਜਦੋਂ ਸਾਡੇ ਸਾਹਿਤ 'ਚ ਇਹ ਗੱਲਾਂ ਆਉਂਦੀਆਂ ਨੇ, ਉਹਨੂੰ ਛੱਡ ਦੇਣਾ ਵੀ ਕਿੰਨਾ ਔਖਾ ਹੋਊਗਾ। ਜੇ ਅਸੀਂ ਕਹਿੰਦੇ ਹਾਂ ਕਿ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਹੁਣ ਇੱਕ ਤਾਂ ਮੈਂਸ਼ਨ ਕਰ ਦਿੱਤੀ ਗੱਲ, ਲਿਖਤ ਦੇ ਵਿੱਚ ਆ ਗਈ ਉਹ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੀ ਜਿਹੜੀ ਹੈਗੀ ਆ ਬੰਸਾਵਲੀ ਨਹੀਂ ਹੈਗੀ, ਬੰਸਾਵਲੀ ਦਾ ਤਾਂ ਤਿਆਗ ਕੀਤਾ ਗੁਰੂ ਸਾਹਿਬ ਨੇ। ਜੇ ਜਨੇਊ ਲਈ ਜਵਾਬ ਦੇ ਦਿੱਤਾ, ਉੱਥੇ ਗੱਲ ਖਤਮ ਹੋ ਗਈ ਆ। ਉਹ ਕਹਿੰਦੇ ਜੇ ਅਸੀਂ ਜੀਸਸ ਨੂੰ ਦੇਖੀਏ, ਹਜ਼ਰਤ ਮੁਹੰਮਦ ਸਾਹਿਬ ਨੂੰ ਦੇਖੀਏ, ਯਹੂਦੀਆਂ ਦੇ ਘਰ ਪੈਦਾ ਹੋਏ ਸੀ, ਪਰ ਉਹਨਾਂ ਨੇ ਜਦੋਂ ਉਹ ਸਿਧਾਂਤ ਛੱਡਤਾ ਤਾਂ ਉਹਨਾਂ ਨੇ ਕਦੇ ਕਿਸੇ ਨੇ ਕਿਹਾ ਕਿ ਤੁਸੀਂ ਯਹੂਦੀ ਸੀ। ਜਾਂ ਅੱਜ ਮੈਂ ਆਪਣੇ ਸਿੱਖਾਂ 'ਚੋਂ ਵੀ ਗੱਲਾਂ ਕਰਾਂ ਕਿ ਗੁਰਮੀਤ ਰਾਮ ਰਹੀਮ ਸਿੱਖਾਂ ਦੇ ਘਰ ਪੈਦਾ ਹੋਇਆ, ਪਰ ਜਿਸ ਦਿਨ ਉਹਨੇ ਸਿੱਖੀ ਛੱਡਤੀ, ਆਪਦਾ ਨਵਾਂ ਕਲਟ ਸ਼ੁਰੂ ਕਰ ਲਿਆ, ਅਸੀਂ ਉਹਨੂੰ ਸਿੱਖ ਨਹੀਂ ਕਹਿੰਦੇ, ਭਾਵੇਂ ਉਹ ਸਿੱਖਾਂ ਦੇ ਘਰ ਹੀ ਪੈਦਾ ਹੋਇਆ ਸੀ। ਬਹੁਤ ਸਾਰੇ ਹੋਰ ਸਿੱਖ ਇਹੋ ਜਿਹੇ ਹੋਣਗੇ ਜਿਹੜੇ ਸਿੱਖ ਧਰਮ ਨੂੰ ਤਲਾਂਜਲੀ ਦੇ ਕੇ ਹੋਰ ਕਿਸੇ ਧਰਮ 'ਚ ਚਲੇ ਗਏ, ਅਸੀਂ ਉਹਨਾਂ ਨੂੰ ਹੁਣ ਸਿੱਖ ਨਹੀਂ ਕਹਿੰਦੇ। ਫਿਰ ਸਾਨੂੰ ਹੁਣ ਤੱਕ ਇਹ ਚੀਜ਼ ਜਿਹੜੀ ਈਵਨ ਸਾਡੇ 5 ਤਖ਼ਤਾਂ 'ਚ ਇੱਕ ਤਖ਼ਤ ਦੇ ਜਥੇਦਾਰ ਇਹ ਗੱਲ ਨੂੰ ਐਕਸੈਪਟ ਕਰੀ ਜਾਂਦੇ ਆ ਕਿ ਜੀ ਬੰਸਾਵਲੀ ਸਾਡੀ ਜਾ ਕੇ ਉੱਥੇ ਮਿਲਦੀ ਹੈ। ਮੈਂ ਪਹਿਲੋਂ ਬੇਨਤੀ ਕੀਤੀ, ਜੇ ਤੇ ਤੁਸੀਂ ਸ਼ਬਦ ਤੋਂ ਗਵਾਹੀ ਲਓਗੇ ਤੇ ਬੰਸਾਵਲੀ ਸ਼ੁਰੂ ਹੀ ਨਹੀਂ ਹੁੰਦੀ। ਬਿਲਕੁਲ ਠੀਕ ਹੈ ਜੀ। ਜੇ ਤੁਸੀਂ ਪਹਿਲੇ ਜਾਮੇ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਨੇ ਕਿੱਦਣ ਆਪਣੇ ਸਰੀਰ ਨੂੰ ਗੁਰੂ ਕਿਹਾ ਹੈ, ਮੈਨੂੰ ਵੀ ਦੱਸੋ, ਕੋਈ ਦੱਸੇ ਜਿਹੜਾ ਤੁਸੀਂ ਕਹਿੰਦੇ ਵੀ ਚਲੋ ਇਤਿਹਾਸਕ ਪ੍ਰਮਾਣ ਹੈਗੇ ਆ, ਹਾਂਜੀ, ਵੀ ਮੰਨਿਆ, ਜਿਹੜੇ ਸਰੋਤ ਦੱਸ ਰਹੇ ਨੇ ਉਹਨਾਂ 'ਚ ਲਿਖਿਆ ਹੈ। ਇੱਕ ਸ਼ਬਦ ਮੈਨੂੰ ਦੱਸੋ ਜਿੱਥੇ ਗੁਰੂਆਂ ਦੀਆਂ 10 ਪਾਤਸ਼ਾਹੀਆਂ ਦੇ ਇੱਕ ਸਰੀਰ ਨੇ ਆਖਿਆ ਹੋਵੇ ਮੈਂ ਗੁਰੂ ਹਾਂ। ਪਹਿਲੇ ਨੇ ਕਿਹਾ ਸ਼ਬਦ ਗੁਰੂ, ਬਿਲਕੁਲ ਜੀ, ਤੇ ਸੁਰਤ ਤੁਨ ਚੇਲਾ ਜੀ। ਇੱਥੇ ਸੁਰਤ ਬਣ ਗਿਆ ਆਪ, ਤੇ ਸ਼ਬਦ ਨੂੰ ਸਰਮੋਰ ਮੰਨ ਕੇ ਗੁਰੂ ਕਿਹਾ। ਅੱਜ ਮੈਂ ਵੇਈ ਦੇ ਵਿੱਚੋਂ ਬਾਹਰ ਆਣ ਕੇ, ਅੱਜ ਤੋਂ ਜੈਸੀ ਮੈਂ ਆਵੇ ਖਸਮ ਕੀ ਬਾਣੀ, ਮੇਰਾ ਖਸਮ ਸ਼ਬਦ ਹੈ, ਬਿਲਕੁਲ, ਤੇ ਸੁਰਤ ਮੈਂ ਉਹਦੀ ਪਤਨੀ ਆ, ਤੇ ਮੈਂ ਅੱਜ ਤੋਂ ਆਪਣੇ ਪਤੀ ਦਾ ਪ੍ਰਚਾਰ ਕਰਨਾ ਹੈ। ਤੇ ਸੁਰਤ ਸਰੀਰ ਨਹੀਂ ਹੁੰਦਾ ਜੀ, ਤੇ ਸ਼ਬਦ ਸਰੀਰ ਨਹੀਂ ਹੁੰਦਾ। ਗੁਰੂ ਨਾਨਕ ਦੇ ਘਰ 'ਚ ਸਾਨੂੰ ਇੱਥੋਂ ਲੈ ਕੇ ਤੁਰਨਾ ਪੈਣਾ ਵੀ ਸਾਡੇ ਘਰ ਦੇ ਵਿੱਚ ਨਾ ਤਾਂ ਸਰੀਰ ਗੁਰੂ ਆ। ਔਖਾ ਹੈ, ਔਖਾ ਮੈਨੂੰ ਵੀ ਪਤਾ ਜੋ ਤੁਸੀਂ ਸਵਾਲ ਪੁੱਟ ਅਪ ਕੀਤਾ ਹੈ, ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਸਾਰਾ ਪਵਾੜਾ ਹੀ ਨਹੀਂ ਸੀ, ਸਾਡੇ ਲਈ ਕੋਈ ਪ੍ਰੋਬਲਮ ਨਹੀਂ ਸੀ ਜੇ ਸਾਡੇ ਇੱਕ ਇੱਕ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੁੰਦਾ। ਤੇ ਅਸੀਂ ਲੋਕਾਂ ਨੂੰ ਗਾਲਾਂ ਕੱਢਣ ਦੀ ਜਗ੍ਹਾ ਦੇ ਉੱਤੇ ਹੁਣ ਇਸ ਗੱਲ ਤੇ ਸਾਰੇ ਰਲ ਕੇ ਜ਼ੋਰ ਦਈਏ ਵੀ ਇੱਕ ਇੱਕ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹਾਉਣਾ ਹੈ ਤੇ ਉਹਨਾਂ ਦੀ ਵਿੱਦਿਆ ਦੇਣੀ ਹੈ। ਕੱਲ੍ਹ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੇ ਬੱਚੇ ਦੇ ਮਨ 'ਚ ਕੋਈ ਕਵੇ ਹਿੰਦੂ ਆ, ਤੇ ਅਸੀਂ ਕਹਿ ਸਕੀਏ ਹਿੰਦੂ ਤੋਂ ਰੁਕ ਕਹਾਂ ਤੇ ਆਏ, ਕਿਹਨੇ ਰਾਹ ਚਲਾਈ, ਕਿੱਥੋਂ ਆਏ ਆ, ਵੀ ਕਿੰਨੇ ਰਾਹ ਚਲਾਇਆ, ਸਾਡੇ ਬੱਚੇ ਨੂੰ ਪਤਾ ਹੋਏ।
ਹਿੰਦੂ ਕੇ ਘਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗਲ ਪਾਵੇ, ਉਹ ਤੇ ਉਹਨਾਂ ਦੀ ਕਹਾਣੀ, ਸਾਡੀ ਥੋੜੀ ਹੈ। ਬਿਲਕੁਲ ਜੇ ਅਸੀਂ ਜਨੇਊ ਨਹੀਂ ਪਾਇਆ ਤੇ ਅਸੀਂ ਹਿੰਦੂ ਕਿਸ ਤਰ੍ਹਾਂ? ਬਿਲਕੁਲ। ਅਸੀਂ ਇਹ ਵੇਖਣਾ ਹੈ ਵੀ ਸਰੀਰ ਜਿੱਦਣ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੋ ਜਹਾਨ ਦੇ ਮਾਲਕ ਜੀ ਨੇ ਸਰੀਰ ਛੱਡਤਾ ਹੈ। ਜੀ ਜੀ। ਹੁਣ ਤੁਸੀਂ ਚੰਗੀ ਤਰ੍ਹਾਂ ਨੋਟ ਕਰਿਓ, ਜਿਹੜਾ ਤੁਸੀਂ ਤਰੇਣ ਦਾ ਨਾਂ ਲਿਆ ਹੈ, ਦੂਸਰਾ ਨਾਂ ਲਏ ਨੇ ਗੁਰੂ ਕੁਲ ਦੇ ਜਿਹੜੇ ਸਰੀਰਾਂ ਦੇ ਨਾਂ, ਸੋਢੀ ਪਾਤਸ਼ਾਹ ਦਾ ਨਾਂ। ਹਾਂਜੀ। ਹੁਣ ਸਰੀਰ ਸੋਢੀ ਆ, ਵਿੱਚ ਨਾਨਕ ਬੋਲਦਾ ਹੈ। ਜਾਂ ਤੇ ਹੋਵੇ ਕਹੇ ਰਾਮਦਾਸ, ਕਹੇ ਅਮਰਦਾਸ, ਕਹੇ ਅੰਗਦ ਦੇਵ, ਤਾਂ ਦੇ ਮਨ ਦੇ ਸਰੀਰ ਗੁਰੂ ਆ, ਤੇ ਸਰੀਰ ਬੋਲ ਰਿਹਾ। ਬਿਲਕੁਲ ਜੀ। ਜਿਹੜਾ ਨਾਨਕ ਸੀ ਉਹ ਤੇ ਸ਼ਬਦ ਸੀ, ਤੇ ਸ਼ਬਦ ਪਹਿਲੇ ਜਾਮੇ ਤੋਂ ਲੈ ਕੇ ਦੂਸਰੇ 'ਚ ਪ੍ਰਵੇਸ਼ ਕੀਤਾ, ਤੇ ਦੂਸਰੇ ਗੁਰੂ ਅੰਗਦ ਦੇਵ ਸਾਹਿਬ ਜਾਣ ਕੇ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜੀ ਜਿਹੜੀ ਬਾਣੀ ਗੁਰੂ ਅੰਗਦ ਦੇਵ ਸਾਹਿਬ ਦੇ ਸਰੀਰ 'ਚ ਬਹਿ ਕੇ ਵਿਚਾਰੀ, ਸ਼ਬਦ ਕਹਿੰਦਾ ਰਿਹਾ ਮੈਂ ਕਹਿ ਰਿਹਾ, ਇਹ ਸਰੀਰ ਨਹੀਂ ਕਹਿ ਰਿਹਾ। ਤੇ ਇੱਥੋਂ ਪਤਾ ਲੱਗਾ ਸਰੀਰ ਨਾਲ ਸਾਡਾ ਸੰਬੰਧ ਕੋਈ ਨਹੀਂ। ਬੰਸਾਵਲੀ ਕਾਦੀ? ਕਿਉਂਕਿ ਸਾਰੇ ਗੁਰੂਆਂ ਨੇ ਨਾਨਕ ਪਦ ਹੀ, ਨਾਨਕ ਪਦ ਨਾਵੇਂ ਤੱਕ ਵਰਤਿਆ। ਬਿਲਕੁਲ। ਇਹ ਮੈਨੂੰ ਵੀ ਪਤਾ ਹੈ ਵੀ ਚੈਨਲ ਤੇ ਮੈਂ ਬੋਲ ਰਿਹਾ, ਸਿੱਖਾਂ ਨੇ ਮੂਲ ਨੁਕਸ ਨੂੰ ਨਹੀਂ ਫੜਨਾ। ਵੀ ਸਾਡਾ ਮੂਲ ਨੁਕਸ ਲੜੀਆਂ ਚਲਾਉਣਾ ਨਹੀਂ ਸੀ। ਸਾਡਾ ਮੂਲ ਨੁਕਸ ਜਿਹੜਾ ਹੈ ਉਹ ਇਹ ਆ, ਲੜੀਆਂ ਚਲਾਉਣਾ ਸਾਡਾ ਵੱਡਾ ਗੁਨਾਹ ਸੀ। ਸਾਨੂੰ ਚਾਹੀਦਾ ਸੀ ਇੱਕ ਇੱਕ ਬੱਚੇ ਨੂੰ ਉਂਗਲ ਫੜ ਕੇ, ਪੁੱਤ ਆਹ ਵੇਖ ਮੁਸਲਮਾਨ ਬਾਰੇ ਕੀ ਲਿਖਿਆ ਹੈ, ਆਹ ਵੇਖ ਜੋਗੀ ਬਾਰੇ ਕੀ ਲਿਖਿਆ ਹੈ, ਆਹ ਵੇਖ ਹਿੰਦੂ ਬਾਰੇ ਕੀ ਲਿਖਿਆ ਹੈ, ਤਾਂ ਕਿ ਸਾਡੇ ਬੱਚੇ ਦੇ ਮਨ 'ਚ ਤਿੰਨੇ ਸ਼ਬਦ ਨਾ ਵੜਦੇ ਜਿਹੜੀਆਂ ਗੁਰੂ ਨੇ ਵੇਈ ਦੇ ਵਿੱਚ ਰੋੜਤੀਆਂ ਸੀ ਗੱਲਾਂ। ਹਿੰਦੂ ਵੀ ਰੋੜਤਾ, ਮੁਸਲਮਾਨ ਵੀ ਰੋੜਤਾ, ਜੋਗੀ ਵੀ ਰੋੜਤਾ। ਜੋਗ ਮਤ ਨੂੰ ਸਭ ਗੱਲੀ ਜੋਗ ਨਾ ਹੋਈ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ। ਫਿਰ ਅਸੀਂ ਇਹ ਗੱਲ ਕਿਉਂ ਦਿਮਾਗ ਵਿੱਚ ਪਾਉਂਦੇ? ਸਾਨੂੰ ਕਾਹਦਾ ਡਰ ਆ? ਮੈਨੂੰ ਤੇ ਮੈਂ ਚੈਨਲ ਰਾਹੀਂ ਇਹ ਕਹਿਣਾ ਚਾਹੁੰਦਾ, ਸਾਡੀ ਕੌਮ ਨੂੰ ਡਰ ਕਾਹਦਾ? ਅਸੀਂ ਅਗਵਾਈ ਫਿਰ ਜਥੇਦਾਰ ਇਕਬਾਲ ਸਿੰਘ ਦੇ ਗੱਲ ਤੋਂ, ਜਿਹਨੂੰ ਕਹਿੰਦੇ ਜਿਹਦੀ ਗੱਲ ਚੱਲੀ ਹੈ, ਉਹਦੀ ਗੱਲ ਤੋਂ ਸਾਰੀ ਕੌਮ ਆਪਸ ਵਿੱਚ ਤਰਲੋ ਮੱਛੀ ਹੋ ਰਹੀ ਹੈ। ਇਸ ਗੱਲ ਤੇ ਨਹੀਂ ਆ ਰਹੀ ਵੀ ਆਓ ਹਾਂ ਜਿਉਂਦਾ ਜਾਗਦਾ ਗੁਰੂ ਆ, ਲਿਵਿੰਗ ਗੁਰੂ ਆ। ਉਹਨੂੰ ਪੁੱਛੀਏ ਵੀ ਅਸੀਂ ਹਿੰਦੂ ਆ। ਬਿਲਕੁਲ। ਸਾਹਿਬ ਨੂੰ ਪੁੱਛੀਏ ਵੀ ਸਾਹਿਬ ਜੀ ਤੁਸੀਂ ਸਾਨੂੰ ਦੱਸੋ ਵੀ ਅਸੀਂ ਹਿੰਦੂ ਆ। ਭਾਈ ਸਾਹਿਬ ਜੀ, ਹੁਣ ਗੱਲ ਕਰੀਏ ਆਪਾਂ ਜਿਹੜੀ ਰਾਮਾ ਅਵਤਾਰ, ਹਾਲੇ ਉਹ ਪਹਿਲੀ ਕਲੀਅਰ ਨਹੀਂ ਹੋਈ। ਪਹਿਲੀ ਨੂੰ ਕਰੋ ਜੀ, ਉੱਥੇ ਕਰ ਲਓ ਪਹਿਲਾਂ। ਠੀਕ ਹੈ ਜੀ। ਦਾਸ ਇਹ ਕਹਿਣਾ ਚਾਹੁੰਦਾ ਹੈ ਸਾਰੇ ਸਿੱਖ ਪੰਥ ਨੂੰ ਵੀ ਝਗੜੇ ਮੁੱਕ ਜਾਣਗੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ। ਜੀ। ਨਾ ਤਾਂ ਤੁਸੀਂ ਦਸਮ ਗ੍ਰੰਥ ਬਾਰੇ ਫਿਰ ਬੋਲੋਗੇ, ਨਾ ਤੁਸੀਂ ਕਿਸੇ ਸਰੋਤ ਲਈ ਬੋਲੋਗੇ, ਨਾ ਕਿਸੇ ਨੂੰ ਗਾਲ ਕੱਢੋਗੇ। ਜਦੋਂ ਮੇਰੀ ਗੱਲ ਦਾ ਮੈਨੂੰ ਜਵਾਬ ਹੀ ਮਿਲ ਗਿਆ, ਬਿਲਕੁਲ ਜੀ, ਤੇ ਮੈਂ ਮੋਦੀ ਹੋਈ, ਮੋਦੀ ਮੈਨੂੰ ਕੀ ਫਿਰ ਮੈਨੂੰ ਕੀ ਪਰਵਾਹ ਹੈ ਮੋਦੀ ਦੀ? ਕਈ ਮੋਦੀ ਆਏ, ਕਈ ਮੋਦੀ ਗਏ, ਇਸ ਤਖਤ ਤੇ ਕਈ ਆਏ ਕਈ ਗਏ। ਬਿਲਕੁਲ ਜੀ। ਔਰੰਗਜ਼ੇਬ ਆਇਆ, ਸ਼ਾਹਜਹਾਨ ਆਇਆ, ਇੱਥੇ ਕਦੀ ਜਿਹੜਾ ਅੱਜ ਹੈ ਉਹਨੇ ਕੱਲ੍ਹ ਨਹੀਂ ਆਉਣਾ। ਬਿਲਕੁਲ। ਮੈਂ ਉਹਦੀ ਪਰਵਾਹ ਕਰਾਂ ਜਿਹੜਾ ਕੱਲ੍ਹ ਵੀ ਸੀ, ਜਿਹੜਾ ਅੱਜ ਵੀ ਹੈ, ਜਿਹਨੇ ਕੱਲ੍ਹ ਵੀ ਆਉਣਾ ਹੈ। ਅਸੀਂ ਉਹਨਾਂ ਦੀ ਗੱਲ ਕਰਦੇ ਜਿਹੜੇ ਕੱਲ੍ਹ ਸੀ ਅੱਜ ਨਹੀਂ, ਤੇ ਉਹਨਾਂ ਦੇ ਉੱਤੇ ਵਿਵਾਦ ਕਰਕੇ ਬੈਠੇ ਆ ਜੀ, ਫਲਾਣੇ ਮਹਾਂਪੁਰਸ਼ ਨੇ ਆਹ ਲਿਖਿਆ ਜੀ, ਫਲਾਣੇ ਮਹਾਂਪੁਰਸ਼ ਨੇ। ਤੁਸੀਂ ਮਹਾਂਪੁਰਸ਼ ਪਿੱਛੇ ਕਿਉਂ ਜਾਂਦੇ? ਵੀ ਜਿਹੜਾ ਜਿਉਂਦਾ ਜਾਗਦਾ ਆਗੂ ਬੈਠਾ ਹੈ ਉਹਦੇ ਕੋਲੋਂ ਪੁੱਛ ਲਓ ਵੀ ਸਤਿਗੁਰੂ ਸਾਨੂੰ ਪੈ ਗਈ ਹੈ ਬਿਪਤਾ, ਸਾਡੇ ਤੇ ਕਿਸੇ ਨੇ ਵਾਰ ਕੀਤਾ ਹੈ ਵੀ ਅਸੀਂ ਹਿੰਦੂਆਂ ਦੀ ਅੰਸ਼ ਆ, ਤੁਸੀਂ ਦੱਸੋ ਅਸੀਂ ਕੌਣ ਆ? ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਸਾਰੀ ਆਸਾ ਦੀ ਵਾਰ ਦੇ ਵਿੱਚ ਤੁਹਾਨੂੰ ਦੱਸਣਗੇ ਵੀ ਮੈਂ ਤਾਂ ਸਾਰੀ ਆਸਾ ਦੀ ਵਾਰ ਹੀ ਹਿੰਦੂ ਤੇ ਲਿਖੀ ਹੈ। ਮੈਂ ਇਹਨਾਂ ਦੇ ਬ੍ਰਾਹਮਣਵਾਦ ਨੂੰ ਖੰਡਨ ਕੀਤਾ ਹੈ। ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਆਪਣੀ ਅੰਸ-ਬੰਸ ਨੂੰ ਕੋਈ ਬੋਲਦਾ ਹੈ? ਬਿਲਕੁਲ। ਜੇ ਉਹਨਾਂ ਨੂੰ ਇਹਨਾਂ ਜਿਹੜਾ ਗਿਆਨ ਗੁਰੂ ਨਾਨਕ ਸਾਹਿਬ ਨੂੰ ਸੀ ਉਹ ਸਾਨੂੰ ਨਹੀਂ, ਤੇ ਸਾਨੂੰ ਉਹਨੂੰ ਗੁਰੂ ਨਾਨਕ ਸਾਹਿਬ ਨੂੰ ਵੀ ਪਤਾ ਹੋਊਗਾ ਮੇਰੇ ਵੱਡੇ ਵਡੇਰੇ ਆ ਤੇ ਮੈਂ ਉਹਨਾਂ ਦੀ ਛਿੱਲ ਲਾ ਰਿਹਾ। ਸਹੀ। ਇਹ ਸੋਚਣ ਵਾਲੀ ਕਹਾਣੀ ਆ ਵੀ ਸਾਨੂੰ ਇਹ ਵੇਖਣਾ ਪੈਣਾ। ਫਿਰ ਜਿਹੜੀ ਬੰਸਾਵਲੀ ਦੀ ਗੱਲ ਆ, ਉੱਥੇ ਬਾਬੇ ਕਬੀਰ ਦਾ ਇੱਕ ਵਚਨ ਹੁੰਦਾ ਵੀ ਇਹ ਮੰਦਰ ਮੈਂ ਕੌਣ ਬਸਾਈ, ਮਸਲਾ ਤੇ ਆਤਮਾ ਤੇ ਪ੍ਰਮਾਤਮਾ ਦਾ। ਇਹ ਮੰਦਰ ਮੈਂ ਕੌਣ ਬਸਾਈ, ਉੱਥੇ ਲਿਖਿਆ ਨਾ ਇਹ ਬ੍ਰਾਹਮਣ ਨਾ ਇਹ ਖਾਤੀ, ਜਿਹਦਾ ਸਾਡਾ ਖੇਲ ਆ ਆਤਮਾ ਤੇ ਪ੍ਰਮਾਤਮਾ ਦਾ। ਆਤਮਾ ਨਾ ਬ੍ਰਾਹਮਣ ਆ ਨਾ ਖੱਤਰੀ। ਸਰੀਰ ਦਾ ਕੀ ਹੈ? ਸਰੀਰ ਜਿਹਦੇ ਘਰ ਜੰਮੇ, ਹਿੰਦੂ ਕੇ ਘਰ ਹਿੰਦੂ ਆਵੇ ਉਹ ਹਿੰਦੂ ਬਣ ਗਿਆ, ਮੁਸਲਮਾਨ ਦੇ ਜੰਮੇ ਉਹ ਮੁਸਲਮਾਨ ਬਣ ਗਿਆ। ਉਹ ਤੇ ਬਾਹਰ ਦੀ ਗੱਲ ਆ, ਤੇ ਸੜ ਵੀ ਇੱਥੇ ਹੀ ਜਾਣਾ ਹੈ। ਤਿਚਰ ਜਨੇਊ ਜਿੱਤਰ ਜੋਤ ਹੈ ਨਾਲ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨਾ ਚਿਰ ਜੋਤ ਜਗਦੀ ਵਿੱਚ ਉਹਨਾਂ ਚਿਰ ਜਨੇਊ ਆ ਸਰੀਰ ਦੇ ਉੱਤੇ, ਤੇ ਜਦੋਂ ਜੋਤ ਵਿੱਚ ਉੱਠ ਖਲੋਤੀ ਉਦੋਂ ਕੀ ਬਣਨਾ ਹੈ? ਬਾਬੇ ਕਬੀਰ ਨੇ ਕਿਹਾ ਵੀ ਨਾ ਇਹ ਬ੍ਰਾਹਮਣਾ, ਨਾ ਇਹ ਖੱਤਰੀਆ, ਨਾ ਇਹ ਦੇਵਾ, ਨਾ ਇਹ ਮਾਨਸਾ, ਨਾ ਇਹ ਰਾਖਸ਼, ਕੁਛ ਵੀ। ਸਾਰੀ ਗੱਲ ਕਹਾਣੀ ਲਿਖ ਕੇ ਤੇ ਪਿੱਛੇ ਜਾ ਕੇ ਆਖਿਆ ਹੈ ਕੀ ਫਿਰ? ਕਹਿੰਦੇ ਕਹਿ ਕਬੀਰ ਇਹ ਰਾਮ ਕੀ ਅੰਸ਼। ਬੰਸ ਕਿੱਥੋਂ ਆ ਗਈ?
ਸੋ ਗੱਲ ਅੰਸ਼ ਦੀ ਆ, ਅੰਸ਼ ਦੀ ਆ, ਬੰਸ ਦੀ ਨਹੀਂ। ਨਹੀਂ ਬੰਸ ਦੀ ਨਹੀਂ। ਬੰਸ ਤੇ ਮੁੱਕ ਜਾਣ ਵਾਲਾ ਹੈ, ਉਹਦੇ ਨਾਲ ਅਸੀਂ ਝਗੜਾ ਪਾ ਕੇ ਪਏ, ਉਹ ਚੀਜ਼ ਆ ਜਿਹੜੀ ਮੁੱਕ ਜਾਣੀ ਹੈ। ਸਹੀ। ਅੱਜ ਨਹੀਂ ਤੇ ਕੱਲ ਮਿੱਟੀ ਹੋ ਜਾਣੀ। ਜਿਹਦੇ ਨਾਲ ਬੰਸਾਵਲੀ ਜਾ ਕੇ ਜੁੜਦੀ ਆ, ਉਹ ਚੀਜ਼ ਅੱਜ ਨਹੀਂ ਤੇ ਕੱਲ ਮਿੱਟੀ ਹੋ ਜਾਣੀ। ਬਿਲਕੁਲ। ਤੇ ਅਸੀਂ ਉਹ ਮਿੱਟੀ ਲਈ ਝਗੜੀਏ, ਮਿੱਟੀ ਲਈ ਹੋਰ ਆਉਂਦੇ ਸੀ ਪਹਿਲੋਂ, ਬਿਲਕੁਲ। ਨਾ ਦੱਬਿਆ, ਉਹ ਆਂਦੇ ਸੀ ਅਸੀਂ ਦੱਬਣਾ ਹੈ, ਉਹ ਕਹਿੰਦੇ ਸੀ ਅਸੀਂ ਸਾੜਨਾ ਹੈ। ਮਿੱਟੀ ਲਈ ਰੋਂਦੇ ਸੀ ਨਾ। ਬਿਲਕੁਲ। ਗੱਲ ਤਾਂ ਉਹਦੀ ਨਹੀਂ ਕਿਸੇ ਨੇ ਮੰਨੀ। ਜੀ ਜੀ। ਮੇਰਾ ਅੱਜ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਓੰਕਾਰ ਤੋਂ ਲੈ ਕੇ 1430 ਅੰਗ ਤੱਕ ਦੀ ਜਿਹੜੀ ਅੰਮ੍ਰਿਤ ਬਾਣੀ ਆ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪ ਪੜ੍ਹੋ। ਖੁੱਲੀਆਂ ਦਾੜੀਆਂ ਵਾਲੇ ਸੋਸ਼ਲ ਮੀਡੀਆ ਤੇ ਕਹਿ ਰਿਹਾ ਸੀਤਾ ਕਿੱਦਣ ਸੀ, ਕਿੱਦਣ ਆਈ ਸੀ, ਕਿੱਦਣ ਗਈ। ਭਈ ਅਸੀਂ ਸੀਤਾ ਕੋਲੋਂ ਕੀ ਲੈਣਾ ਹੈ? ਕਿਉਂ ਆਪਣੀ એનર્ਜੀ ਖਰਾਬ ਕਰਦੇ ਹੋ? ਤੁਸੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜਿਉਂਦਾ ਜਾਗਦਾ ਲਿਵਿੰਗ ਗੁਰੂ ਆ ਸਾਡਾ, ਉਹਦੇ ਕੋਲ ਪੁੱਛੋ, ਹਰ ਸਵਾਲ ਦਾ ਜਵਾਬ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ। ਜਾਂ ਤੇ ਤੁਸੀਂ ਉਸ ਰੂਪ 'ਚ ਵੇਖਿਆ ਨਹੀਂ ਵੀ ਜਿਉਂਦਾ ਜਾਗਦਾ ਗੁਰੂ ਆ, ਤੁਸੀਂ ਪੂਜਾ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ, ਰਮਾਲੇ ਚੜਾ ਲਓ, ਛੱਬੇ ਚੜਾ ਲਓ, ਸੋਨੇ ਚੜਾ ਲਓ। ਮਾਂ ਮੂਰਖਾਂ ਵਾਲੀਆਂ ਗੱਲਾਂ ਇਹ ਕੌਮ ਕਰ ਰਹੀ ਆ। ਇਸ ਕੌਮ ਨੂੰ ਸਭ ਤੋਂ ਜ਼ਿਆਦਾ એનર્ਜੀ ਇਸ ਗੱਲ ਤੇ ਲਾਉਣੀ ਵੀ ਮੇਰਾ ਬੱਚਾ ਗੁਰੂ ਗ੍ਰੰਥ ਸਾਹਿਬ ਪੜ੍ਹੇ ਜੀ, ਤੇ ਮੇਰੇ ਬੱਚੇ ਨੂੰ ਨੌਲੇਜ ਹੋਵੇ। ਮੋਦੀ ਵਰਗੇ 500 ਆਣ ਕੇ ਕਹਿੰਦੇ ਰਹਿਣ ਤੁਸੀਂ ਹਿੰਦੂ ਹੋ, ਮੇਰੇ ਬੱਚੇ ਨੂੰ ਆਗੇ ਵਿਸ਼ਵਾਸ ਆ ਵੀ ਚੀਰ ਕੇ ਕੱਢ ਲਾ ਮੇਰੇ ਹਿਰਦੇ ਦੇ ਵਿੱਚ। ਤੇ ਜੇ ਉਹ ਕਹਿ ਸਕਦਾ ਮੇਰਾ ਹਿਰਦਾ ਪੜ੍ਹੋ ਵਿੱਚੋਂ ਰਾਮ ਨਿਕਲੂਗਾ, ਇੱਕ ਬੰਦਾ ਕਹਿ ਸਕਦਾ ਹੈ, ਹਨੂਮਾਨ ਕਹਿ ਸਕਦਾ, ਤੇ ਮੇਰਾ ਬੱਚਾ ਕਵੇ ਵੀ ਮੈਨੂੰ ਪਾੜ ਕੇ ਵੇਖ ਲਓ, ਮੇਰੇ ਵਿੱਚ ਤੇ ਸ਼ਬਦ ਦੀ ਧੁਨੀ ਚੱਲ ਰਹੀ ਜੇ। ਮੇਰਾ ਤਾਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾਡੇ ਦੋ, ਹਿੰਦੂ ਪੂਜੇ ਦੇਹਰਾ। ਆ ਛੁੱਟਣ ਲੱਗਾ ਜੀ ਹੁਣ ਸਿੱਖ ਦਾ ਜੀਵਨ। ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ। ਵਾਹ ਵਾਹ। ਦੋਵੇਂ ਦੇ ਝਗੜੇ ਬਿਲਕੁਲ ਪਾ ਕੇ ਬੈਠੇ ਅੱਜ। ਇਹੀ ਰੌਲਾ ਹੈ ਅੱਜ। ਹਾਂਜੀ। ਤੇ ਉਹ ਕਹਿੰਦਾ ਨਾਮੇ ਸੇ ਹੀ ਸੇਵਿਆ। ਹੁਣ ਨਾਮਾ ਸਿੱਖ ਹੈ, ਪਰਮੇਸ਼ਵਰ ਦਾ, ਰੱਬ ਦਾ ਭਗਤ ਆ। ਉਹ ਕਹਿੰਦਾ ਨਾਮੇ ਸੇ ਹੀ ਸੇਵਿਆ, ਜੇ ਦੇਵਰਾ ਨਾਮ ਮਸੀਤ। ਸਾਡਾ ਝਗੜਾ ਫਿਰ ਕਾਹਦਾ? ਤੁਸੀਂ ਗੱਲ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਅਸਦੀਵਾਰ ਦੇ ਵਿੱਚ ਜੀ ਹੋਰ ਕੀਤੇ ਰਾਮ ਰਵਾਲ ਕਿਤੇ ਰਾਮ ਰਵਾਲ ਕੇ ਹੈ, ਕੀਤੀਆਂ ਕੰਨ ਕਹਾਣੀਆਂ। ਅੱਛਾ, ਦੂਸਰੇ ਪਾਸੇ ਇੱਕ ਤੁਕ ਹਮੇਸ਼ਾ ਜਦੋਂ ਬਹੁਤੇ ਸਿੱਖ ਪੜ੍ਹਦੇ ਆ ਜੀ, ਉਹ ਕਨਫਿਊਜ਼ਨ ਰਹਿੰਦਾ ਉਹਨਾਂ ਦੇ ਮਨ ਦੇ ਵਿੱਚ, ਕਿਉਂਕਿ ਨਾਂ ਰਲਦੇ ਮਿਲਦੇ ਨੇ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਗੇ ਰੂਪ ਨਾ ਕਥਨੇ ਜਾਹੇ। ਹਾਂ, ਜਿਨ ਕੇ ਰਾਮ ਬਸੇ ਮਨ ਮਾਹੇ। ਇਹਨੂੰ ਥੋੜਾ ਜਿਹਾ ਕਰੋ ਐਕਸਪਲੇਨ ਜੀ। ਇਹ ਜਦੋਂ ਤੇ ਤੁਸੀਂ ਸੰਪਰਦਾਈ ਅਰਥ ਪੜੋਗੇ ਤੇ ਸੀਤੋ ਤੇ ਸੀਤਾ ਨਾਲ ਜੋੜਨਗੇ। ਇਹੋ ਹੀ ਗੜਬੜ ਆ ਜਿਹੜੀ ਅੱਜ ਰੌਲਾ ਪਵਾ ਰਹੀ। ਅੱਛਾ ਜੀ। ਉੱਥੇ ਲਿਖਿਆ ਸਰਮਖੰਡ ਕੀ ਬਾਣੀ ਰੂਪ ਤੋਂ ਲੈ ਕੇ ਸਤਿਗੁਰੂ ਕਰਮਖੰਡ ਵਿੱਚ ਜਦੋਂ ਗਏ, ਜਦੋਂ ਬਖਸ਼ਿਸ਼ ਵਰਦੀ ਕਿਸੇ ਦੇ, ਕਰਮ ਹੁੰਦਾ ਬਖਸ਼ਿਸ਼, ਜਦੋਂ ਕਿਸੇ ਦੇ ਬਖਸ਼ਿਸ਼ ਹੋਈ ਸੀ, ਕਰਮਖੰਡ ਕੀ ਬਾਣੀ ਜੋਰ ਤਿੱਥੇ ਪਹਿਲੀ ਬਖਸ਼ਿਸ਼ ਹੋਈ, ਉੱਥੇ ਬਿਨਾਂ ਅਕਾਲ ਪੁਰਖ ਤੋਂ ਕੋਈ ਨਹੀਂ ਰਿਹਾ। ਸੀਧੋ ਸਿੱਧਾ 2 ਹੋ ਗਏ, ਰਾਮ ਆ ਗਿਆ, 3 ਹੋ ਗਏ। ਬਿਲਕੁਲ, ਹਾਂਜੀ। 3 ਕਰੈਕਟਰਾਂ ਦਾ ਨਾਂ ਆ ਗਿਆ। ਉੱਥੇ ਤੇ ਲਿਖਿਆ ਵੀ ਤਿੱਥੇ ਹੋਰ ਨਾ ਕੋਈ ਹੋਰ, ਇੱਕ ਰਹਿ ਗਿਆ। ਤੇ ਇੱਕ ਕੌਣ ਆ? ਤਿੱਥੇ ਜਿਹੜੀ ਸੁਰਤ ਸ਼ਬਦ ਨਾਲੋਂ ਪਾਟੀ ਸੀ, ਕਰਮਖੰਡ ਦੀ ਬਖਸ਼ਿਸ਼ ਵਰੀ, ਤੇ ਉਹ ਸੁਰਤ ਸ਼ਬਦ ਵਿੱਚ ਸੀਤੀ ਗਈ। ਸੀਤੋ ਸੀਤਾ, ਇਹ ਥੋੜਾ ਵੀ ਉਹ ਸੀਤੋ ਸੀਤਾ ਦਾ ਜ਼ਿਕਰ ਹੈ, ਬਿਲਕੁਲ ਨਹੀਂ ਜਪਜੀ ਸਾਹਿਬ ਦੇ ਵਿੱਚ ਕਿਸੇ ਦਾ ਨਾਮ। ਅੱਛਾ ਜੀ। ਨਾ ਸੀਤੋ ਜਿਹੜੀ ਪਾਟੀ, ਹਾਂਜੀ, ਠੀਕ ਹੈ। ਜਿਹੜੀ ਸ਼ਬਦ ਤੇ ਸੁਰਤ ਦੁਫਾੜ ਹੋਈ ਸੀ ਕਰਮਖੰਡ ਵਿੱਚ ਐਸੀ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹ ਸਰਮਖੰਡ ਚੋਂ ਬਖਸ਼ਿਸ਼ ਮਿਲ ਗਈ। ਹੁਣ ਜਦੋਂ ਕਰਮਖੰਡ ਦੇ ਵਿੱਚ ਜੀਵ ਆਤਮਾ ਦੀ ਸੁਰਤ ਗਈ, ਇਹ ਤੇ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਪਤਾ ਹੈ, ਇਹ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਨਹੀਂ ਪਤਾ। ਇਹਨਾਂ ਨੇ ਤੇ ਲਿਖਣਾ ਹੀ ਹੈ, ਫਿਰ ਰਾਮ ਦਾ ਨਾਮ ਆਇਆ। ਬਿਲਕੁਲ। ਨਾਉ ਮਰੇ ਨਾ ਠੱਗੇ ਜਾਏ, ਜਿਨ ਕੈ ਰਾਮ ਵਸੇ ਮਨ। ਤੇ ਜਿਹੜਾ ਰਾਮ ਆਪ ਠੱਗਿਆ ਗਿਆ ਇਤਿਹਾਸ ਵਿੱਚ, ਉਹ ਤੁਹਾਡੇ ਮਨ 'ਚ ਵਸ ਜੂ, ਤੁਹਾਨੂੰ ਠੱਗੀ ਤੋਂ ਕਿਸ ਤਰ੍ਹਾਂ ਬਚਾ ਲੂ? ਉਹ ਰਾਮ ਦੀ ਗੱਲ ਜਿਹੜਾ ਰਮਿਆ ਹੋਇਆ ਵਾਹਿਗੁਰੂ ਆ, ਉਹ ਜਿੱਥੋਂ ਸੁਰਤ ਤੇ ਸ਼ਬਦ ਸੀਤੇ ਗਏ, ਇੱਕ ਹੋ ਗਏ, ਉੱਥੇ ਮਹਾਰਾਜ ਪਾਤਸ਼ਾਹ ਕਹਿੰਦੇ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ। ਉਹ ਰਾਮ ਵਾਹਿਗੁਰੂ ਪਰਮੇਸ਼ਰ, ਉਹ ਜਿੱਦਣ ਮਨ ਵਿੱਚ ਵਸ ਜਾਂਦਾ ਹੈ, ਉਹ ਦਿਨ ਫਿਰ ਇਹ ਸੁਰਤ ਤੇ ਸ਼ਬਦ ਸੀਤੇ ਜਾਂਦੇ, ਇੱਕ ਹੋ ਜਾਂਦੇ। ਸੀਤੇ ਦਾ ਮਤਲਬ 2 ਫਾੜ ਸੀ ਪਹਿਲੋਂ, ਸੁਰਤ ਵੱਖਰੀ ਸੀ, ਸ਼ਬਦ ਵੱਖਰਾ ਸੀ। ਹੁਣ ਪਤੀ ਪਤਨੀ ਇੱਕ ਹੋ ਗਏ, ਉਹ ਉਹਦਾ ਰੂਪ ਹੋ ਗਿਆ, ਉਹ ਉਹਦਾ, ਨਦੀ ਸਮੁੰਦਰ ਵਿੱਚ ਪੈ ਗਈ, ਸਮੁੰਦਰ ਨਦੀ ਵਿੱਚ ਪੈ ਗਿਆ। ਇਹ ਇੱਥੇ ਜਾ ਕੇ ਕਨਸੈਪਟ ਆ ਨਾ ਕਿ ਸੀਤੋ ਸੀਤਾ ਰਾਮ ਦਾ। ਇਹ ਅੱਜ ਤੋਂ ਨੋਟ ਕਰਿਓ ਜੀ। ਹਾਂਜੀ, ਬਿਲਕੁਲ ਜੀ। ਅੱਛਾ ਭਾਈ ਸਾਹਿਬ, ਜਿਹੜੀ ਅਗਲੀ ਗੱਲ ਮੈਂ ਕਰ ਰਿਹਾ ਸੀਗਾ ਕਿ ਜਿਹੜਾ ਰਾਮਾ ਅਵਤਾਰ ਜਾਂ ਰਮਾਇਣ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਇਹ ਗੱਲ ਆਈ ਆ, ਇਹਦੇ ਵਿੱਚ ਕੀ ਸੱਚਾਈ ਹੈ ਜੀ?
ਇਹਦੇ ਵਿੱਚ ਸੱਚਾਈ ਹੈ ਵੀ ਸਤਿਗੁਰੂ ਨੇ ਤੇ ਬਾਣੀ ਰਾਮਾ ਅਵਤਾਰ ਲਿਖੀ। ਅੱਛਾ ਜੀ। ਇਹ ਰਮਾਇਣ ਸ਼ਬਦ ਕਿੱਥੋਂ ਜੁੜਿਆ ਹੈ ਮੈਨੂੰ ਦਾਸ ਨੂੰ ਨਹੀਂ ਪਤਾ। ਰਮਾਇਣ ਦਾ ਸ਼ਬਦ ਕਿਉਂ ਹੋਣਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਉਂ ਲਿਖਣੀ ਸੀ? ਰਾਮਾ ਅਵਤਾਰ ਲਿਖ ਕੇ ਸਤਿਗੁਰੂ ਨੇ ਇਸ ਕਰਕੇ ਲਿਖਿਆ ਵੀ ਇਹ ਭਾਸ਼ਾ ਸੀ ਸਾਰੀ ਸੰਸਕ੍ਰਿਤ, ਲੋਕਾਂ ਨੂੰ ਸਮਝ ਨਹੀਂ ਸੀ ਪੈਂਦੀ। ਸਤਿਗੁਰੂ ਨੇ ਸਰਲ ਭਾਸ਼ਾ ਵਿੱਚ ਲੋਕਾਂ ਨੂੰ ਸਮਝਾਉਣ ਨੂੰ ਇਹਦਾ ਉਲੱਥਾ ਕੀਤਾ ਹੈ। ਕ੍ਰਿਸ਼ਨ ਅਵਤਾਰ ਦਾ ਵੀ ਕੀਤਾ ਹੈ। ਕ੍ਰਿਸ਼ਨ ਅਵਤਾਰ ਦਾ ਨਾਮ ਪਾਖਿਆ ਕਰੀ ਬਣਾਏ, ਦਸਮ ਕਥਾ ਭਗਵਤ ਕੀ ਪਾਖਿਆ ਕਰੀ ਬਣਾਏ, ਅਵਰ ਵਾਸਨਾ ਨਾਹੀ ਪਰ ਧਰਮ ਯੁੱਧ ਕੇ ਚਾਹੇ। ਪਿੱਛੇ ਜਾ ਕੇ ਆਖਿਆ ਜੇ ਕ੍ਰਿਸ਼ਨ ਦੇ ਅਵਤਾਰ ਦੇ, ਰਾਮ ਦੇ ਅਵਤਾਰ ਦੇ ਮੇਰੇ ਸਹਿਬ ਉਪਾਸ਼ਕ ਹੁੰਦੇ ਜਾਂ ਸਮਝਦੇ ਵੀ ਸਾਡੀ ਅੰਸ਼ ਬੰਸਿਆ ਤੇ ਕਿਉਂ ਲਿਖਦੇ ਮੈਂ ਨਾ ਗਨੇਸੇ ਪ੍ਰਥਮ ਮਨਾਉ ਕ੍ਰਿਸ਼ਨ ਵਿਸ਼ਨ ਕਬਹੂ ਨਾ ਧਿਆਉ ਕਾਨ ਸੁਣੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਗੱਲ ਤੋਂ ਨਹੀਂ ਮੁੱਕਰਦੇ ਮੈਂ ਨਾਂ ਨਹੀਂ ਸੁਣਿਆ। ਕਹਿੰਦੇ ਕੰਨਾਂ ਨਾਲ ਨਾਂ ਸੁਣਿਆ ਮੈਂ ਇਹਨਾਂ ਦਾ, ਪਹਿਚਾਨ ਨਾ ਤਿੰਨ ਸਿਓ। ਆਖ ਦਿੰਦੇ ਸਰੀਰ ਫਲਾਣਾ ਬੰਦਾ ਰਹਿੰਦਾ ਮੈਂ ਕੰਨਾਂ ਨਾਲ ਸੁਣਿਆ ਹੈਗਾ ਮਗਰ ਮੈਨੂੰ ਨਹੀਂ ਮੈਨੂੰ ਜ਼ਰੂਰਤ ਹੀ ਕੋਈ ਨਹੀਂ ਪਈ ਉਹਨੂੰ ਮਿਲਣ ਦੀ। ਪਛਾਣੂ ਤੇ ਤਾਂ ਜੇ ਮਿਲੂੰਗਾ ਤੇ ਮੇਰੇ ਮਨ ਅੰਦਰ ਇੱਕ ਇੱਛਾ ਹੋਵੇ ਵੀ ਮੈਂ ਉਹਨੂੰ ਮਿਲਾਂ, ਉਹ ਬੜਾ ਵੱਡਾ ਹੈ ਜਾਂ ਛੋਟਾ ਹੈ, ਨਹੀਂ ਮੇਰੇ ਮਨ 'ਚ ਜ਼ਰੂਰਤ ਹੀ ਨਹੀਂ ਪਈ। ਮੈਂ ਤਾਂ ਕਦੀ ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਪਹਿਚਾਨ ਨਾ ਤਿੰਨ ਸਿਓ ਲਿਵ ਲਾਗੀ ਮੋਰੀ ਪਗੀਅਨ ਸਿਓ। ਪਗੀਅਨ ਲਿਖਿਆ ਪਾਗਨ ਸਿਓ ਨਹੀਂ। ਅੱਛਾ ਜੀ। ਨਹੀਂ ਪਤਾ ਸ਼ਬਦਾਂ ਦੇ ਭੇਦ ਵੀ ਹੈ ਜੀ। ਜੇ ਪਗ ਇਨ ਸਿਓ ਪੜੋਗੇ ਤੇ ਫਿਰ ਤਾਂ ਲੱਗ ਗਿਆ ਵੀ ਇਹਨਾਂ ਦੇ ਚਰਨਾਂ ਨਾਲ ਮੇਰੀ ਪ੍ਰੀਤੀ। ਪਗਿਅਨ ਪਾਠ ਇਕੱਠਾ ਹੈ ਵੀ ਤੇਰੇ ਚਰਨਾਂ ਨਾਲ ਮੇਰੀ ਤੇ ਪ੍ਰੀਤੀ ਲੱਗੀ ਹੈ। ਮੈਨੂੰ ਇਹਨਾਂ ਨਾਲ ਕੋਈ ਮਤਲਬ ਨਾ ਨਾ ਨਾ। ਕਈ ਆਏ ਕੋ ਉੱਥੇ ਲਿਖਿਆ ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਆ, ਕਿਹਦੇ ਕਿਹਦੇ ਚਰਨਾਂ 'ਚ ਪੀਂਦੇ ਲੈਣਗੇ। ਇੱਕ ਦਿਨ ਜਨਮ ਅਸ਼ਟਮੀ ਆ ਗਈ। ਸੀਸਗੰਜ ਸਾਹਿਬ ਕਾ ਦਾਸ ਨੂੰ ਕਥਾ ਕਰਦਿਆਂ ਕੋਈ ਸਲਿੱਪ ਲਈ ਹਿੰਦੂ ਵੀਰ ਲਿਖ ਕੇ ਦੇ ਗਿਆ ਵੀ ਕ੍ਰਿਸ਼ਨ ਦੀ ਕਥਾ ਕਰੋ। ਅੱਛਾ ਕੁਝ ਬੋਲੋ ਕ੍ਰਿਸ਼ਨ ਬਾਰੇ ਵੀ। ਜਨਮ ਅਸ਼ਟਮੀ ਆ, ਸਾਰੇ ਚਾਰ ਚੁਫੇਰੇ ਮੇਲੇ ਲੱਗੇ ਹੈ। ਤੇ ਦਾਸ ਨੇ ਅਗਲੇ ਦਿਨ ਕਿਹਾ ਮੈਂ ਹਿੰਦੂ ਵੀਰ ਵੀ ਰੋਜ਼ ਆਉਂਦਾ ਸੀ। ਮੈਂ ਕਿਹਾ ਜੀ ਮੈਨੂੰ ਪਹਿਲਾਂ ਲਿਖ ਕੇ ਦਿਓ ਉਹਦਾ ਕੋਡ ਨੰਬਰ, ਲਿਖ ਕੇ ਦਿਓ ਵੀ ਕਿਹੜਾ ਸੀ ਉਹਦਾ, ਕਿਹੜੇ ਕ੍ਰਿਸ਼ਨ ਦੀ ਕਲਾ। ਉੱਥੇ ਕੇਤੇ ਕਾਨ ਮਹੇਸ਼। ਕੇਤੇ ਕੇਤੇ ਬਣੇ ਕਿੰਨੇ ਕਿੰਨੇ ਹਾਂਜੀ ਕਿਹੜੇ ਨੰਬਰ ਦੀ ਕਰਾਂ, ਇੰਡੈਕਸ ਨੰਬਰ ਤੇ ਦੱਸੋ। ਬਿਲਕੁਲ ਸਹੀ ਜੀ। ਇਹ ਤੇ ਗੁਰਮੁਖੋ ਬਾਣੀ ਦਾ ਅਭਿਆਸ ਜਿਹੜਾ ਸਿੱਖ ਅਸਲੀ ਗੱਲ ਤੇ ਨਹੀਂ ਆਉਂਦਾ। ਇਹ ਚੈਨਲ ਵੀ ਤੁਹਾਡੇ ਚੱਲਦੇ ਰਹਿਣਗੇ ਜੀ ਜੀ, ਇੰਟਰਵਿਊਆਂ ਵੀ ਹੁੰਦੀਆਂ ਰਹਿਣਗੀਆਂ YouTube ਤੇ ਲੋਕਾਂ ਦੀਆਂ ਚੱਲਣਗੀਆਂ। ਉਹਦੇ ਹੈਡਿੰਗ ਇਸ ਤਰ੍ਹਾਂ ਦੇ ਬਣਾਉਣਗੇ ਵੀ ਹਰ ਬੰਦਾ ਖੋਲ੍ਹੇ ਪਤਾ ਨਹੀਂ ਇਹਦੇ ਵਿੱਚ ਕੀ ਹੈ। ਕੀ ਲੱਭੂਗਾ। ਅਸਲੀ ਮਸਲਾ ਸਾਡਾ ਤਾਂ ਹੱਲ ਹੋਣਾ ਹੈ ਜੇ ਗੁਰਸਿੱਖ ਵਾਲਾ ਜੀਵਨ ਸਿੱਖ ਆਪਣੀ ਜ਼ਿੰਦਗੀ 'ਚ ਲਿਆਊਗਾ। ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਪੜ੍ਹ ਕੇ ਉੱਠ। ਇਹ ਜਿੰਨਾ ਚਿਰ ਕਰਦਾ ਨਹੀਂ, ਮੈਨੂੰ ਨਹੀਂ ਪਤਾ ਤੁਸੀਂ ਉੱਠਦੇ ਹੋ ਕਿ ਨਹੀਂ, ਮੈਨੂੰ ਨਹੀਂ ਪਤਾ। ਮੈਂ ਅਰਦਾਸ ਕਰਦਾ ਵੀ ਤੁਸੀਂ ਉੱਠਦੇ ਹੋ। ਜਿੰਨਾ ਚਿਰ ਬੰਦਾ ਸਿੱਖ ਅੰਮ੍ਰਿਤ ਵੇਲੇ ਨਹੀਂ ਉੱਠੂਗਾ, ਗੁਰਮਿਲ ਤਾਂ ਕਿ ਖੁੱਲ੍ਹੇ ਕਪਾਟ, ਇਹਦੇ ਕਪਾਟ ਖੁੱਲ੍ਹਣੇ ਨਹੀਂ। ਇਸ ਤਰ੍ਹਾਂ ਦੇ ਕਾਵਾਂ ਨੇ ਬੋਲਦੇ ਰਹਿਣਾ ਹੈ। ਕਾਂ ਬੋਲੇ ਤੇ ਕਿਸੇ ਨੇ ਪੁੱਛਿਆ ਭਾਜੀ ਕੀ ਗੱਲ ਹੋਈ, ਰੌਲਾ ਪਾਇਆ ਜੇ? ਉਹ ਕਹਿੰਦਾ ਮੈਨੂੰ ਨਹੀਂ ਸੀ ਪਤਾ, ਉਹ ਬੋਲਿਆ। ਉਹ ਦੂਸਰਾ ਕਹਿੰਦਾ ਉਹ ਬੋਲਿਆ। ਇਹ ਸਾਡੇ ਸਮਾਜ ਵਿੱਚ ਇਹ ਕੁਝ ਹੋ ਰਿਹਾ ਚੱਲ ਰਿਹਾ ਜੀ। ਭਾਈ ਸਾਹਿਬ ਜੀ, ਜਦੋਂ ਗੁਰੂ ਗੋਬਿੰਦ ਸਿੰਘ ਦੇ ਰਾਮਾ ਅਵਤਾਰ ਦੀਆਂ 24 ਅਵਤਾਰਾਂ ਦੀ ਕਥਾ ਦੀ ਗੱਲ ਆਪਾਂ ਕਰਦੇ ਹਾਂ, ਗੁਰੂ ਸਾਹਿਬ ਨੇ ਲਿਖੀ ਆ, ਉਹਨਾਂ ਦੇ ਲਿਖਣ ਦੇ ਪਿੱਛੇ ਮੋਟਿਵ ਕੀ ਹੋ ਸਕਦਾ? ਜਦੋਂ ਕਿ ਸਾਨੂੰ ਇੱਕ ਪਾਸੇ ਤਾਂ ਕਹਿੰਦੇ ਆ ਕਿ ਇਹ ਮੜੀਆਂ ਮੱਠਾਂ ਤੋਂ ਦੂਰ ਰਹਿਣਾ ਮੇਰੇ ਖਾਲਸੇ ਨੇ, ਪਰ ਫਿਰ ਸਾਨੂੰ ਦੱਸ ਵੀ ਰਹੇ ਨੇ ਕੀ ਉਹਨਾਂ ਬਾਰੇ, ਉਹਨਾਂ ਦੀ ਕਥਾ ਸਾਨੂੰ ਸੁਣਾ ਰਹੇ ਨੇ। ਨਾਲ ਹੁਣ ਇੱਕ ਜਿਹੜੀ ਤੀਜੀ ਗੱਲ ਐਡ ਹੋ ਗਈ ਕਿ ਇੱਕ ਮਸਲਾ ਚੱਲ ਰਿਹਾ ਦਸਮ ਦੀ ਬਾਣੀ ਤੇ ਕਿੰਤੂ ਪਰੰਤੂ ਦਾ। ਹੁਣ ਉਹ ਮਸਲੇ ਦੇ ਵਿੱਚੋਂ ਇੱਕ ਧਿਰ ਕਹਿੰਦੀ ਆ ਕਿ ਹੁਣ ਮੌਕਾ ਬਣ ਗਿਆ, ਹੁਣ ਕਹੋ ਆ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਤੁਸੀਂ ਛੱਡਿਆ ਨਹੀਂ ਇਹ ਬਾਣੀ ਨੂੰ, ਇਹ ਗੁਰੂ ਸਾਹਿਬ ਦੀ ਬਾਣੀ ਨਹੀਂ ਹੈਗੀ, ਇਹਨੂੰ ਡਿਲੀਟ ਕਰੋ, ਇਹ ਸਾਡੇ ਨਾਲ ਇਹਦਾ ਕੋਈ ਸੰਬੰਧ ਨਹੀਂ। ਇਹਨੂੰ ਕਿਵੇਂ ਦੇਖਦੇ? ਪਹਿਲੀ ਗੱਲ ਤੇ ਉਹਨਾਂ ਦੇ ਕਹਿਣ ਤੇ ਕਿਸੇ ਨੇ ਬੜਾ ਸੋਹਣਾ ਬੱਕਰਾ ਪਾਲਿਆ ਕੋਈ। ਅੱਛਾ। ਤੇ ਬੱਕਰਾ ਪਾਲ ਕੇ ਮੰਡੀ 'ਚ ਵੇਚਣ ਚੱਲਿਆ ਸੀ, ਛੋੜ 'ਚ ਕਰਦਾ। ਰਾਹ ਦੇ ਵਿੱਚ 4 ਠੱਗ ਸੀ। ਅੱਛਾ। 4 ਠੱਗਾਂ ਨੇ ਆਖਿਆ ਵੀ ਇਹਦੇ ਕੋਲ ਬੱਕਰਾ ਖੋਣਾ ਕਿਸ ਤਰ੍ਹਾਂ ਖੋਈਏ। ਤਕੜਾ ਜੱਟ ਆ, ਇਹਦੇ ਕੋਲ ਖੁੱਸਣਾ ਨਹੀਂ। ਇੱਕ ਠੱਗ ਅੱਗੇ ਇੱਕ ਖਲੋ ਗਿਆ, ਇੱਕ ਹੋਰ ਅੱਗੇ 4 ਜਗ੍ਹਾ ਤੇ ਖਲੋ ਗਏ। ਉਹਨੇ ਆਖਿਆ ਕੁੱਤਾ ਕਿੱਧਰ ਲਈ ਜਾਂਦਾ ਹੈ? ਅੱਛਾ। ਉਹ ਕਹਿੰਦਾ ਬੱਕਰਾ ਯਾਰ ਮੈਂ ਘਰ ਪਾਲਿਆ, ਤੂੰ ਪਾਗਲ ਤਾਂ ਨਹੀਂ ਹੋ ਗਿਆ? ਅੱਗੇ ਜਾ ਕੇ ਫੇਰ ਆਖਿਆ, ਦੂਸਰੇ ਨੇ ਕਿਹਾ, ਤੀਸਰੇ ਨੇ ਕਿਹਾ, ਚੌਥੇ ਨੇ ਕਿਹਾ। ਨਾ ਡਾਊਟਫੁਲ ਹੋ ਗਿਆ ਬੰਦਾ, ਉਹਨੂੰ ਵੀ ਲੱਗਣ ਲੱਗ ਗਿਆ ਜੇ ਤੇ ਮਰਦ ਦੀ ਔਲਾਦ ਜੇ ਤੇ ਮਰਦ ਦੀ ਔਲਾਦ ਆ ਕੌਮ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਇਹਨਾਂ ਦੇ ਕਹਿਣ ਤੇ ਦਸਮ ਦੀ ਬਾਣੀ ਪੜ੍ਹਨ ਨਾ ਛੱਡਣਾ। ਉਹ ਜਿਹੜੇ ਕਨਸੈਪਟ ਨੇ ਇਹ 22 ਅਵਤਾਰ ਦੀ ਜਾਂ ਜਿਹੜੀ ਤੁਸੀਂ 24 ਅਵਤਾਰ ਦੀ ਕਥਾ ਕਰਦੇ, ਇਹਦੇ ਬਾਰੇ ਗੁਰੂ ਨੇ ਕਿਹਾ ਵੀ ਜਿਹਨੂੰ ਅੱਜ ਤੱਕ ਮੰਨ ਲਏ ਨੇ ਰੱਬ ਲੋਕ ਕਰਕੇ ਮੰਨ ਰਿਹਾ।
ਅਸਲ ਹਕੀਕਤ ਕੀ ਆ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਪ ਪਿੱਛੇ ਜਾ ਕੇ ਜੇ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਤੇ ਕਹਿੰਦੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ। ਜੇ ਇਹਨਾਂ ਦੀ ਕਿਸੇ ਗੱਲ ਤੋਂ ਪ੍ਰਭਾਵਿਤ ਹੁੰਦੇ ਤੇ ਨਹੀਂ ਸੀ ਲਿਖਣਾ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਮੇਰੇ ਅੰਦਰ ਤੇ ਬਹਿ ਕੇ ਤੂੰ ਜੋ ਬੋਲ ਰਿਹਾ ਮੈਂ ਉਹ ਬੋਲਿਆ। ਫਿਰ ਸਾਨੂੰ ਇਹ ਵੇਖਣਾ ਹੈ ਵੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਵਿੱਚੋਂ ਅਗਵਾਈ ਲੈ ਕੇ ਆਪਾਂ ਦਸਮ ਦੀ ਬਾਣੀ ਦੇ ਵਿੱਚੋਂ ਜਾਪ ਸਾਹਿਬ ਦੇ ਵਿੱਚ ਕਿਤੇ ਕ੍ਰਿਸ਼ਨ ਦਾ ਨਾਮ ਹੋਵੇ ਦੱਸੋ? ਕਿਸੇ ਰਾਮ ਦਾ, ਕਿਸੇ ਵਿਸ਼ਨੂੰ ਦਾ, ਕਿਸੇ ਸ਼ਿਵ ਜੀ ਦਾ, ਕਿਸੇ ਦਾ ਨਾਂ ਹੋਵੇ? ਕਿਸੇ ਦਾ ਨਾਂ ਨਹੀਂ। ਇਹ ਜਿਹੜਾ ਨਿਚੋੜ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦਾ, ਉਹ ਜਾਪ ਸਾਹਿਬ ਆ ਜਿੱਥੇ ਸਿੱਧਾ ਅਕਾਲ ਪੁਰਖ ਨਾਲ ਜੋੜਿਆ। ਅਕਾਲ ਤੋਂ ਬਿਨਾਂ ਐੜਾ ਹਰ ਅਕਸ਼ਰ ਦੇ ਨਾਲ ਐੜਾ ਲਾਇਆ। ਅਨਾਮ ਅਕਾਮ ਅਟੇ ਪੇ ਜਿੰਨੇ ਸ਼ਬਦ ਨੇ ਐੜਾ ਅੱਗੇ ਲਾਤਾ। ਅਮਰ ਮਨੇ ਵਾਹਿਗੁਰੂ ਪਰਮੇਸ਼ਵਰ, ਸਾਨੂੰ ਉਹਦੇ ਨਾਲ ਜੋੜਿਆ। ਇਹ ਜਿਹੜੇ ਅਵਤਾਰਾਂ ਦੀ ਕਥਾ ਲਿਖੀ ਇਹਦੇ ਵਿੱਚ ਕਹਿਣ ਦਾ ਮਤਲਬ ਸਤਿਗੁਰੂ ਗਰੀਬ ਨਵਾਜ ਦਾ ਇਹ ਹੈ ਵੀ ਮੈਂ ਤੁਹਾਨੂੰ ਹਕੀਕਤ ਦੱਸਾਂ, ਕਿਤੇ ਪੂਜਦੇ ਨਾ ਰਿਓ ਵੀ ਜਾਣ ਕੇ ਵੀ ਵੇਖੋ ਜੀ ਮਹਾਰਾਜ ਪਿੱਛੇ ਜਾ ਕੇ ਕਿਉਂ ਸਵਈਏ ਲਿਖੇ, ਪਿੱਛੇ ਜਾ ਕੇ ਕਿਉਂ ਮਹਾਰਾਜ ਨੇ ਲਿਖਿਆ ਮੈਂ ਨਾ ਗਨੇਸੇ ਪ੍ਰਥਮ ਮਨਾਉਂ। ਕਿਤੇ ਮੇਰੇ ਪਿੱਛੇ ਲਾ ਕੇ ਮੈਂ ਤਾਂ ਤੁਹਾਨੂੰ ਗਿਆਨ ਦੇਣ ਨੂੰ ਇਹ ਗੱਲਾਂ ਕੀਤੀਆਂ। ਹੁਣ ਮੈਂ ਸਾਖੀ ਹਨੂੰਮਾਨ ਦੀ ਕੋਈ ਸੁਣਾਵਾਂ ਤੇ ਮੈਂ ਇਹ ਥੋੜ੍ਹਾ ਕਹਿ ਰਿਹਾ ਵੀ ਹਨੂੰਮਾਨ ਨੂੰ ਪੂਜੋ। ਮੈਂ ਤੇ ਇੱਕ ਚੱਲਦੀ ਕਥਾ ਦੇ ਵਿੱਚ ਕੋਈ ਪ੍ਰਮਾਣ ਦਿੱਤਾ ਹੈ। ਇਸ ਤਰ੍ਹਾਂ ਹੀ ਮਹਾਰਾਜ ਪਾਤਸ਼ਾਹ ਨੇ ਇਹ ਜਿਹੜੇ ਬਚਨ ਲਿਖੇ ਨੇ ਇਹ ਸਾਨੂੰ ਸਮਝਾਉਣ ਨੂੰ ਲਿਖੇ ਆ। ਜਿਹੜੇ ਲੋਕ ਕਹਿੰਦੇ ਆ ਉਹਨੂੰ ਵੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਤੁਸੀਂ ਤਾਂ ਬੜਾ ਕੁਝ ਕਹਿੰਦੇ ਹੋ, ਫਿਰ ਮੈਨੂੰ ਤਾਂ ਇੱਥੋਂ ਤੱਕ ਵੀ ਕਿਹਾ ਵੀ ਕਬੀਰ ਦੀ ਕਥਾ ਨਾ ਕਰ। ਮੈਨੂੰ ਤਾਂ ਟੈਲੀਫੋਨ ਫਿਰ ਇੱਥੋਂ ਤੱਕ ਵੀ ਆਏ ਇਹਨਾਂ ਲੋਕਾਂ ਦੇ ਵੀ ਤੂੰ ਕਬੀਰ ਜੀ ਦੀ ਕਥਾ ਕਰ ਰਿਹਾ, ਸਤਿਗੁਰੂ ਦੀ ਕਥਾ ਕਰ। ਮੈਂ ਕਿਹੜੇ ਸਤਿਗੁਰੂ? ਅੱਛਾ ਜੀ। ਕਹਿੰਦੇ ਗੁਰੂ ਨਾਨਕ ਹੈਗਾ ਲੋਕਾਂ ਦੇ ਮਨ ਦੇ ਵਿੱਚ ਫਰਕ। ਮੈਂ ਕਿਹਾ ਜੀ ਇਹ ਤਿਆਰ ਬੈਠੇ ਇਹਨਾਂ ਦੇ ਮੂੰਹ ਚੋਂ ਨਿਕਲੀਆਂ ਨੇ ਗੱਲਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਬੀਰ ਜੀ ਦੀ, ਫਰੀਦ ਜੀ ਦੀ, ਰਵਿਦਾਸ ਜੀ ਦੀ ਬਾਣੀ ਕੱਢਣੀ ਆ। ਇਹ ਸਾਡੇ ਸਤਿਗੁਰੂ ਦੀ ਬਾਣੀ ਨਹੀਂ ਗੀ, ਇਹ ਭਗਤਾਂ ਦੀ ਬਾਣੀ ਆ। ਤੇ ਸਾਨੂੰ ਤੇ ਹੁਕਮ ਆਓ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਤੇ ਅਸੀਂ ਗੁਰੂ ਦੀ ਗੱਲ ਕਰਨੀ ਆ ਨਾ ਕਿ ਭਗਤਾਂ ਦੀ। ਤੇ ਨਾਲੇ ਭਗਤ ਵੈਸ਼ਨਵ ਸੀ, ਫਲਾਣਾ ਸੀ, ਢਿੰਗੜਾ ਸੀ। ਦਾਸ ਨੂੰ ਫੋਨ ਆਇਆ, ਮੈਂ ਸੰਗਤਾਂ ਦੇ ਸਾਹਮਣੇ ਗੁਰੂ ਰੂਪ ਸੰਗਤ ਨੂੰ ਕਹਿ ਰਿਹਾ ਵੀ ਮੈਨੂੰ ਫੋਨ ਆਇਆ ਵੀ ਤੁਸੀਂ ਇਹ ਕਥਾ ਬੰਦ ਕਰੋ ਕਬੀਰ ਜੀ ਦੀ, ਅਸੀਂ ਤਾਂ ਕੱਢਣੀ ਚਾਹੁੰਦੇ ਵਿੱਚੋਂ। ਫਿਰ ਸਵਈਏ ਕੱਢਣੇ ਚਾਹੁੰਦੇ ਪੱਠਾਂ ਦੇ ਵਿੱਚੋਂ। ਇਹਨਾਂ ਤੇ ਤੈਸ ਨੈਸ ਕਰਨ ਦਾ ਦਿਮਾਗ ਬਣਾਇਆ, ਆਪ ਨਹੀਂ ਬੋਲਦੇ, ਬੁਲਾਏ ਜਾਂਦੇ ਆ। ਇਹ ਤੋਤਿਆਂ ਵਾਂਗੂ ਰਿਪੀਟ ਕਰਵਾਏ ਆ। ਪਹਿਲੋਂ ਅੱਜ ਦੇ ਹਾਲਾਤ ਵਿੱਚ ਜਿਹੜਾ ਤੁਹਾਡਾ ਪਰਸੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਜਿਹੜਾ ਅੱਜ ਦਾ ਹਾਲਾਤ ਹੈ ਮਲ ਮਿਲਾਉਣ ਦਾ ਹੈ, ਰਲ ਕੇ ਬਹਿ ਕੇ ਸਾਨੂੰ ਕੋਈ ਮਸਲਾ ਹੱਲ ਕਰਨ ਦਾ ਹੈ ਵੀ ਆਓ ਸਾਰੇ ਹੀ ਬਹਿ ਜਾਓ। ਜਿਹੜੇ ਕੱਲ ਤੱਕ ਕੁਝ ਬੋਲਦੇ ਸੋ ਚਲੋ ਅੱਜ ਨਹੀਂ। ਅੱਜ ਸਾਡੇ ਤੇ ਕੀਤਾ ਹੈ ਦੇਸ਼ ਦੀ ਸੁਪਰੀਮ ਹਸਤੀ ਤੇ ਬੈਠੇ ਬੰਦੇ ਨੇ ਹਮਲਾ ਕੀਤਾ। ਇਹ ਤੋਂ ਅੱਗੇ ਹੋ ਸਕਦਾ ਕੋਈ ਨਾ ਕਰੇ। ਸਿਰੇ ਦੀ ਸੱਟ ਮਾਰੀ ਤੇ ਆਓ ਸਾਰੇ ਮਤਭੇਦ ਭੁਲਾ ਕੇ ਅਸੀਂ ਹਾਲੀ ਇਹ ਰੌਲਾ ਨਾ ਪਾਈਏ ਜਿਹੜਾ ਸਾਡਾ ਕਈਆਂ ਤੋਂ ਚੱਲਣ ਡਿਆ ਹੈ। ਆਪਾਂ ਪਹਿਲਾਂ ਇਸ ਗੱਲ ਦਾ ਜਵਾਬ ਲੱਭੀਏ ਵੀ ਸਾਡੀ ਕੌਮ ਨੂੰ, ਸਾਡੇ ਬੱਚਿਆਂ ਨੂੰ ਕਿਤਨਾ ਪਤਾ ਲੱਗੂਗਾ ਵੀ ਅਸੀਂ ਹਿੰਦੂ ਨਹੀਂ, ਅਸੀਂ ਮੁਸਲਮਾਨ ਨਹੀਂ, ਈਸਾਈ ਨਹੀਂ। ਸਾਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਸਿਰ ਜੋੜ ਕੇ। ਤੇ ਅਸੀਂ ਇਹ ਰੌਲਾ ਪਾਉਣਾ ਸ਼ੁਰੂ ਕਰਤਾ। ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀ ਤੁਸੀਂ ਤਾਂ ਫਿਰ ਬਹੁਤ ਕੁਝ ਕਹਿੰਦੇ ਹੋ, ਕਬੀਰ ਵੀ ਨਹੀਂ ਹੈਗਾ, ਤੁਸੀਂ ਤਾਂ ਕਹਿੰਦੇ ਸਵਈਏ ਵੀ ਨਹੀਂ ਹੈਗੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕੋਈ ਕਹਿੰਦਾ ਰਾਗਮਾਲਾ ਨਹੀਂ ਹੈਗੀ। ਇਹ ਝਗੜੇ ਨਾ ਪਾਓ। ਮੇਰੀ ਹੱਥ ਜੋੜ ਕੇ ਬੇਨਤੀ ਹੈ ਚੈਨਲ ਦੇ ਮਾਧਿਅਮ ਰਾਹੀਂ ਵੀ ਆਪਾਂ ਰਲ ਕੇ ਇਸ ਮਸਲੇ ਦੇ ਹੱਲ ਲਈ ਦਾਸ ਦੀ ਬੁੱਧੀ ਜੋ ਸਤਿਗੁਰੂ ਗਰੀਬ ਨਵਾਜ ਬਖਸ਼ ਦੇ ਇਹ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਗਿਆਨ ਹੋ ਜਾਏ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦਾ ਕਨਸੈਪਟ ਕੀ ਆ, ਕ੍ਰਿਸ਼ਨ ਦਾ ਕਨਸੈਪਟ ਕੀ ਆ। ਉਹਨੇ ਕਿਹਾ ਤੁਮ ਕਹਿ ਤੋ ਨੰਦ ਕੋ ਨੰਦਰ, ਨੰਦ ਕਹਿੰਦੇ ਨਾ ਬਿਲਕੁਲ ਜੀ। ਤੇ ਨੰਦ ਕੋ ਨੰਦ ਕਹਾਂ ਥੋਰੇ, ਇਹ ਕਿੱਥੋਂ ਦਾ ਆਨੰਦ ਆ ਗਿਆ? ਤੁਹਾਡਾ ਬਾਣੀ 'ਚ ਲਿਖਿਆ ਹੈ ਧਰਤ ਆਕਾਸ਼ ਦਸੋ ਦਿਸ ਨਾਈ। ਜਦੋਂ ਧਰਤੀ ਆਕਾਸ਼ 10 ਦਿਸ਼ਾਵਾਂ ਨਹੀਂ ਸੀ ਤਾਵੇ ਆਨੰਦ ਕਹਾਂ ਥੋਰੇ। ਸੰਕਟ ਨਹੀਂ ਪਰੇ ਜੋਨ ਨਹੀਂ ਆਵੇ। ਤੁਸੀਂ ਸਾਨੂੰ ਬੈਂਸਣ ਵਾਲੀਆਂ ਨਾਲ ਜੋੜ ਰਹੇ ਹੋ। ਸਾਡੀ ਜਿੰਨੀ ਵਿਚਾਰਧਾਰਾ ਇੱਥੇ ਜੁੜੀ ਸੰਕਟ ਨਹੀਂ ਪਰੇ, ਗਰਭ ਵਿੱਚ ਨਹੀਂ ਹੁੰਦਾ। ਜੋਨ ਨਹੀਂ ਆਵੇ ਨਾਮ ਨਰੰਜਨ ਜਾਕੋ ਰੇ, ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੇ ਮਾਈ ਨਾ ਬਾਪੋ ਰੇ। ਕਿਧਰ ਚਲੇਗੀ? ਰੋਜ਼ ਪੜਨ ਵਾਲਾ ਨਾ ਪੋਤਰੇ ਨਾ ਪੁੱਤਰੇ ਨਾ ਛਤਰੇ ਨਾ ਮਿੱਤਰੇ, ਉਹ ਬੰਸਾਵਲੀ 'ਚ ਕਿਉਂ ਫਸ ਗਿਆ? ਬੰਸਾਵਲੀ 'ਚ ਤਾਂ ਫਸ ਰਹੇ ਵੀਰ ਜੀ ਅਸੀਂ ਫਿਜ਼ੀਕਲ ਸਰੀਰ ਨੂੰ ਫੜ ਕੇ ਬੈਠੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਥ ਖਾਲਸੇ ਦੇ ਸਾਹਮਣੇ ਕਿਹਾ ਸੀ ਜੋ ਹਮਕੋ ਸਰੀਰ ਨੂੰ ਐ ਉਂਗਲ ਲਾ ਕੇ ਆਖਿਆ ਲੋਕੀ ਰੱਬ ਬਣ ਕੇ ਬਹਿ ਗਏ ਨੇ ਤੇ ਤੁਸੀਂ ਵੀ ਕਿਤੇ ਮੇਰੇ ਉਹ ਵੀ ਰੱਬ ਬਣ ਕੇ ਬਹਿ ਗਏ ਸੀ ਜਿਹੜੇ ਪਿਛਲੇ ਸੀ। ਤੇ ਮੈਂ ਉਹਨਾਂ ਦਾ ਤੁਹਾਨੂੰ ਸੱਚ ਦੱਸਿਆ ਵੀ ਇਹਨਾਂ ਨੇ ਕੀ ਕੀਤਾ, ਕੀ ਹੋਇਆ। ਤੇ ਮੈਂ ਵੀ ਤੁਹਾਨੂੰ ਕਹਿੰਦਾ ਕਿ ਮੈਨੂੰ ਵੀ ਨਾ ਰੱਬ ਮੰਨ ਲਿਓ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰੇ। ਮੈਂ ਹੂੰ, ਤੁਸੀਂ ਕੌਣ ਹੋ ਜੀ? ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਜਗਤ ਦਾ ਤਮਾਸ਼ਾ ਵੇਖਣ ਇੱਕ ਸੇਵਕ ਬਣ ਕੇ ਆਇਆ, ਨਾ ਕਿ ਮੈਂ ਰੱਬ ਹਾਂ।
ਸਰੀਰ ਕਹਿ ਰਿਹਾ, ਸਰੀਰ ਵੱਲ ਇਸ਼ਾਰਾ ਕਰਕੇ ਕਹਿ ਰਿਹਾ। ਕਈ ਪੈਸੇ ਜੀ ਕਈ ਸ਼ਬਦ ਇਹੋ ਜਿਹੇ ਆ, ਉਹਨਾਂ ਦੇ ਅੱਖਰੀ ਅਰਥ ਜਾਂ ਕਈ ਨਾਮ ਇਦਾਂ ਦੇ ਰੱਖੇ ਗਏ, ਜਿਵੇਂ ਸ਼ਿਵ ਸ਼ਕਤੀ ਦੀ ਗੱਲ ਹੁੰਦੀ ਹੈ ਜੀ, ਤੁਸੀਂ ਸਨਾਤਨ ਧਰਮ 'ਚ ਪੜ੍ਹੋ, ਉੱਥੇ ਸ਼ਿਵ ਕਿਹਾ ਸੀ ਅਕਾਲ ਪੁਰਖ ਨੂੰ। ਮਹਾਰਾਜ ਆਪਣੀ ਬਾਣੀ 'ਚ ਕਹਿੰਦੇ ਕਿ ਮਹਾਦੇਵ ਕੋ ਕਹਿਤ ਸਦਾ ਸ਼ਿਵ ਬ੍ਰਹਮ ਨਿਰੰਕਾਰ ਕਾ ਚੀਨਤ ਨਹੀਂ ਪਿਆ। ਉਹ ਕਹਿੰਦੇ ਇਹਨਾਂ ਨੇ ਮਹਾਦੇਵ ਨੂੰ ਸ਼ਿਵ ਜੀ ਕਹਿਣ ਲੱਗੇ, ਕਹਿਣਾ ਸ਼ੁਰੂ ਕਰਤਾ। ਹੁਣ ਜਿਹੜੀ ਅਸਲੀ ਸ਼ਿਵ ਦੀ ਗੱਲ ਸੀਗੀ, ਹਾਂਜੀ, ਜਿੱਥੇ ਸਾਡਾ ਅਸੀਂ ਸ਼ਬਦ ਪੜ੍ਹਦੇ ਹਾਂ ਦੇਹ ਸ਼ਿਵਾਵਰ, ਹੁਣ ਉਹਦੇ ਤੇ ਵੀ ਕਿੰਤੂ ਪ੍ਰੰਤੂ ਹੋਣ ਲੱਗ ਗਿਆ। ਇਸੇ ਕਰਕੇ ਹੋਇਆ ਨਾ, ਇਸੇ ਕਰਕੇ ਉਹਨਾਂ ਦੀ ਸ਼ਰਾਰਤ ਨਾਲ। ਹਾਂਜੀ ਹਾਂਜੀ, ਉਹਨਾਂ ਇਹ ਦਿਮਾਗ ਇਹਨਾਂ ਦੇ ਚ ਪਾਉਣ ਵਾਲੇ ਉਹੋ ਹੀ ਨੇ। ਉਹਨਾਂ ਨੇ ਪਾਇਆ, ਵੇਖੋ ਤੁਸੀਂ ਵੀ ਤੇ ਸ਼ਿਵ ਜੀ ਦੀ ਪੂਜਾ ਕਰਦੇ ਹੋ। ਜਿੱਦਣ ਅਸੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੈ ਕੇ ਇਨਫੈਂਟਰੀ ਦੇ ਵਿੱਚ ਅੱਗੇ ਜਾਂਦੇ ਸਾਂ, ਤੇ ਜਿੱਦਣ ਸਾਡੇ ਮਰਜੀਵੜੇ ਗੁਰੂ ਕੇ ਸਿੱਖ ਅੱਗੇ ਜਾ ਕੇ ਸਿਰ ਤੇ ਚੁੱਕ ਕੇ ਮਹਾਰਾਜ ਤੇ ਪੜ੍ਹਦੇ ਜਾਂਦੇ ਸੀ, ਦੇਸ਼ ਸ਼ਿਵਾਵਰ ਮੋਹੇ ਜੰਗਾਂ ਜਿੱਤ ਕੇ ਆਉਣੇ ਹਾਂ, ਉਦੋਂ ਤੇ ਤੁਸੀਂ ਸ਼ਰਾਰਤ ਨਾ ਕੀਤੀ। ਅੱਜ ਅਸੀਂ ਵਿਹਲੇ ਬਹਿ ਗਏ ਹਾਂ ਤੇ ਸਾਡੇ ਦਿਮਾਗ 'ਚ ਤੁਸੀਂ ਕਹਿੰਦੇ ਵੇਖੋ ਜੀ ਤੁਸੀਂ ਤਾਂ ਸ਼ਿਵ ਜੀ ਦੇ ਪਾਸ਼ਕ ਹੋ। ਸ਼ਿਵ ਨਾਮ ਸ਼ਕਤੀ ਦਾ ਹੈ, ਸ਼ਕਤੀ ਮਾਇਆ ਤੇ ਸ਼ਿਵ ਮੈਨੇ ਵਾਹਿਗੁਰੂ। ਸ਼ਿਵ ਸ਼ਕਤ ਆਪ ਪਾਏ ਕੇ ਕਰਤਾ, ਆਪੇ ਹੁਕਮ ਵਰਤਾਏ। ਆਨੰਦ ਸਾਹਿਬ ਦੇ ਵਿੱਚ ਚੌਪੀ ਸਾਹਿਬ ਨੂੰ ਤੇ ਕਹਿੰਦੇ ਬਾਣੀ ਨਹੀਂ, ਚਲੋ ਤੁਸੀਂ ਕਹਿੰਦੇ ਹੋ, ਮੇਰੀ ਤੇ ਜਿੰਦ ਜਾਨ ਮੈਂ ਤਾਂ ਪੜ੍ਹਨੀ ਹੈ। ਮੰਨ ਲਓ ਆਨੰਦ ਸਾਹਿਬ ਦੇ ਵਿੱਚੋਂ ਸ਼ਿਵ ਨੂੰ ਕਿੱਧਰ ਕੱਢ ਦੋਗੇ? ਤੇ ਫਿਰ ਉਹਨਾਂ ਤੇ ਵਿਅੰਗ ਕੱਸਿਆ ਵੀ ਜਿਹਨੂੰ ਤੁਸੀਂ ਮਹਾਦੇਵ ਨੂੰ ਕਹਿੰਦੇ ਹੋ ਸ਼ਿਵ, ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ, ਬਰਦ ਚਰੇ ਡੌਰੂ ਟਿਮਕਾਵੇ। ਬਲਦ ਤੇ ਚੜ ਕੇ ਡੌਲੂ ਵਜਾਉਂਦਾ ਫਿਰਦਾ, ਉਹਨੂੰ ਸ਼ਿਵ ਸ਼ਿਵ ਤੁਸੀਂ ਜਪਦੇ ਫਿਰਦੇ ਹੋ। ਇਹ ਸਾਰੀਆਂ ਗੁਰਬਾਣੀ ਵਿੱਚ ਗੱਲਾਂ ਨੇ। ਸਾਡਾ ਮੂਲ ਆਣ ਕੇ ਇੱਥੇ ਨਿਚੋੜ ਨਿਕਲਣਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਲੜੀਆਂ ਬੰਦ ਕਰ ਦਈਏ। ਜਿਹੜੇ ਇੱਕ ਇੱਕ ਕਮਰੇ ਬਣਾ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦਾ ਨਮਾਇਸ਼ ਲਾ ਕੇ ਬੈਠੇ, ਕੋਈ ਪਿੱਛਾ ਕਰਕੇ ਤੁਰ ਰਿਹਾ, ਕੋਈ ਪਿੱਛਾ ਕਰਕੇ ਤੁਰ ਰਿਹਾ, ਕੋਈ ਮੱਥਾ ਟੇਕਦਾ, ਕੋਈ ਨਹੀਂ ਟੇਕਦਾ। ਹਰ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ। ਉਹ ਗੋਰਾ ਉਸ ਦਿਨ ਲਿਖ ਕੇ ਆਇਆ ਇਨਫੋਰਮੇਸ਼ਨ ਬੁੱਕ ਦੇ ਵਿੱਚ ਵੀ ਮੈਂ ਹੈਰਾਨ ਆ ਵੀ ਮੈਂ ਜਾ ਕੇ ਅੰਦਰ ਪੁੱਛਿਆ ਵੀ ਇਹ ਹੋਰ ਆ ਤੇ ਉਹ ਜਿਹੜੇ ਪਰਲੇ ਕਮਰਿਆਂ 'ਚ ਹੋਰ ਨੇ। ਗੋਰਾ ਲਿਖ ਕੇ ਆਇਆ ਸਾਡੀ ਉੱਥੇ ਜਿਹੜੀ ਬੁੱਕ ਲੱਗੀ ਹੈ ਇਨਫੋਰਮੇਸ਼ਨ ਸੈਂਟਰ ਵਿੱਚ। ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਜਿਹੜਾ ਅੰਦਰ ਛਾਨ ਨਾ ਇੰਨਾ ਚੰਦੋਆ ਸੋਹਣਾ, ਇੰਨੇ ਲੋਕ ਮੱਥਾ ਟੇਕਣ ਦੇ, ਇੰਨੇ ਲੋਕ ਪਾਉਣ, ਉਹ ਹੋਰ ਆ ਤੇ ਇਹ ਹੋਰ ਨੇ। ਤੇ ਉਹਨੇ ਕਿਹਾ ਜੀ ਇੱਕੋ ਹੀ ਹੈ। ਤੇ ਫਿਰ ਕਹਿੰਦਾ ਮੈਨੂੰ ਪਤਾ ਨਹੀਂ, ਮੈਂ ਕਨਫਿਊਜ਼ ਹਾਂ। ਅਸੀਂ ਨਮਾਇਸ਼ ਲਾਤੀ 5200 ਰੁਪਏ 'ਚ ਗੁਰੂ ਦੀ 3 ਦਿਨ ਬੈਠਾ ਰਵੇ ਗੁਰੂ। ਪੈਸੇ ਜਾ ਰਹੇ ਗੋਲਕਾਂ ਦੇ ਵਿੱਚ, ਪੈਸੇ ਜਾ ਰਹੇ ਕਿਤੇ। ਦਾਸ ਜਾਂਦਿਆਂ ਜਾਂਦਿਆਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨਾ ਚਿਰ ਤੱਕ ਹਰਿਮੰਦਰ ਸਾਹਿਬ ਦਾ ਸਿੰਘ ਸਾਹਿਬ ਵਲੰਟੀਅਰ ਦੇ ਤੌਰ 'ਤੇ ਨਾ ਕੰਮ ਕੀਤਾ, ਉਹਨਾਂ ਚਿਰ ਕੌਮ ਦੀ ਤਕਦੀਰ ਨਹੀਂ ਬਦਲਣੀ। ਜਿੰਨਾ ਚਿਰ ਤੱਕ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਵਲੰਟੀਅਰ ਦੇ ਤੌਰ 'ਤੇ ਕੰਮ ਨਹੀਂ ਕਰੂਗਾ, ਹਰ ਸੇਵਾਦਾਰ। ਤੇ ਫਿਰ ਮੈਨੂੰ ਉਹਨਾਂ ਨੇ ਕੁਐਸਚਨ ਕੀਤਾ, ਦਰਬਾਰ ਸਾਹਿਬ ਬੈਠੇ ਸਾਂ ਕਿਸੇ ਦੇ ਕੋਲ, ਉਹ ਕਹਿੰਦੇ ਜੀ ਇਹ ਬਿੱਲ ਬੁੱਲ ਕਿੱਥੋਂ ਆਉਣਗੇ? ਮੈਂ ਕਿਹਾ ਉਹਦੇ ਘਰ ਦੀ ਤੁਸੀਂ ਕਿਉਂ ਚਿੰਤਾ ਕਰਦੇ ਹੋ? ਹਰ ਜਗ੍ਹਾ ਤੇ ਲੈ ਕੇ ਡੋਨੇਟ ਬਾਕਸ। ਤੁਸੀਂ ਗੁਰੂ ਨੂੰ ਕੰਗਲਾ ਬਣਾਤਾ ਹੈ। ਡੋਨੇਟ ਤਾਂ ਕਰੀਦਾ ਮੰਗਤੇ ਨੂੰ। ਡੋਨੇਟ ਸ਼ਬਦ ਕਿੱਥੇ ਆ? ਡੋਨੇਟ ਕਰਨਾ, ਉਹ ਤੇ ਮੰਗਤੇ ਨੂੰ ਕਰੀਦਾ, ਛੋਟੇ ਨੂੰ ਕਰੀਦਾ। ਤੇ ਤੁਸੀਂ ਹਰ ਜਗ੍ਹਾ ਤੇ ਲਿਖਤਾ ਡੋਨੇਟ ਬਾਕਸ। ਡੋਨੇਟ ਬਾਕਸ ਕਿਉਂ? ਗੁਰੂ ਕੋਲੋਂ ਦਾਨ ਮੰਗੀਦਾ ਹੈ, ਨਾ ਕਿ ਦੇਈਦਾ ਹੈ। ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ। ਦਾਨ ਦੇਣ ਵਾਲਾ ਉਹ, ਲੈਣ ਵਾਲਾ ਥੋੜ੍ਹਾ ਹੈ। ਫਿਰ ਆਪ ਜੀ ਨੂੰ ਬੇਨਤੀ ਕਰਾਂ, ਸਮਾਂ ਪੂਰਾ ਹੋ ਜਾਣਾ ਹੈ। ਸਾਡਾ ਇੱਕੋ ਹੀ ਇੱਕ ਇਲਾਜ ਆ, ਹੱਥ ਜੋੜ ਕੇ ਬੇਨਤੀ ਆ ਸਾਰੀ ਕੌਮ ਨੂੰ ਇਸ ਦੁੱਖ ਦੀ ਘੜੀ 'ਚ। ਬੜਾ ਵੱਡਾ ਦੁੱਖ ਆ, ਐਡਾ ਵੱਡਾ ਹਮਲਾ। ਇਹ ਸਮਝ ਲਓ ਵੀ ਇਹਨਾਂ ਅੱਗੇ ਕੀ ਕਰਨਾ ਹੈ, ਇਹਨਾਂ ਦੀ ਤਿਆਰੀ ਦਾ ਸਾਨੂੰ ਸਹਿਨ ਆ। ਮਗਰ ਜਿੰਨਾ ਚਿਰ ਸਾਡੀ ਕੌਮ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਨਹੀਂ ਪੁੱਛੂਗੀ ਪਿਤਾ ਜੀ ਅਸੀਂ ਹਿੰਦੂ ਹਾਂ, ਅਸੀਂ ਮੁਸਲਮਾਨ ਹਾਂ, ਅਸੀਂ ਜੋਗੀ ਹਾਂ, ਅਸੀਂ ਈਸਾਈ ਹਾਂ, ਜਾਂ ਸਾਡਾ ਕੋਈ ਮਜ਼ਹਬ ਹੈ, ਤੇ ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਤਸੱਲੀ ਬਖਸ਼ ਜਵਾਬ ਦੇਣਗੇ। ਤੇ ਪੂਰੇ ਗੁਰੂ ਦਾ ਦਿੱਤਾ ਜਵਾਬ ਪੈਰਾਂ ਤੋਂ ਲੈ ਕੇ ਸਿਰ ਤੱਕ ਪੂਰਾ ਉੱਤਰ ਆਓ। ਭਾਈ ਸਾਹਿਬ ਜੀ, ਆਪ ਜੀ ਆਈ ਨੇ ਪਿਆਰੀਆਂ ਸਾਂਝਾਂ ਪਾਈਆਂ ਸਾਡੇ ਦਰਸ਼ਕਾਂ ਨਾਲ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਫਿਰ ਵੀ ਜਦੋਂ ਸਬਬ ਬਣੇ ਜ਼ਰੂਰ ਦਰਸ਼ਨ ਦੇਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਜੀ, ਸਮਾਂ ਹੋ ਗਿਆ, ਪਰ ਫਿਰ ਕੋਸ਼ਿਸ਼ ਕਰਾਂਗੇ ਕਿ ਜੇ ਉਹੋ ਜਿਹੇ ਮਸਲੇ ਆਉਂਦੇ ਆ ਤਾਂ ਅਸੀਂ ਕਿਸ ਐਂਗਲ ਤੋਂ ਦੇਖਣਾ। ਐਕਚੁਅਲੀ ਦੇਖਣ ਦੇ ਐਂਗਲ ਦੀ ਗੱਲ ਹੈਗੀ ਆ ਸਾਰੀ। ਸਾਨੂੰ ਕੋਈ ਪਛਤਾਵੇ ਦੀ ਲੋੜ ਨਹੀਂ, ਕੁਛ ਅਸੀਂ ਗੁਨਾਹ ਨਹੀਂ ਕੀਤਾ। ਅਸੀਂ ਆਪਣਾ ਇੱਕ ਵੱਖਰੇ ਧਰਮ ਦੇ ਵਿੱਚ ਆਜ਼ਾਦੀ ਨਾਲ ਜਿਉ ਰਹੇ ਹਾਂ। ਕਿਸੇ ਦੀ ਮਸੀਤ ਮੰਦਰ ਨਾਲ ਸਾਡਾ ਕੋਈ ਰੌਲਾ ਨਹੀਂ, ਪਰ ਸਾਨੂੰ ਆਪਣੇ ਬਾਰੇ ਪ੍ਰੋਪਰ ਗਿਆਨ ਚਾਹੀਦਾ। ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਬੰਸ ਨਾਲੋਂ ਅੰਸ਼ ਦੀ ਗੱਲ ਜ਼ਿਆਦਾ ਜ਼ਰੂਰੀ ਆ। ਅੱਜ ਦੇ ਸਮੇਂ ਵਿੱਚ ਇੰਨਾ ਹੀ। ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ। ਤਦ ਤੱਕ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ੍ਰੀ ਅਕਾਲ।